ਇਹ ਠੀਕ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਹੁਣ ਲਿਆਂਦਾ ਗਿਆ। ਹੁਣ 23 ਦੇ ਵਿੱਚ ਲਿਆਉਣ ਨੂੰ ਇਸ ਦਾ ਭਵਿੱਖ ਕਿਵੇਂ ਦੇਖਦੇ ਹੋ, ਔਰ ਇਹ ਦੇਸ਼ ਦੀਆਂ ਔਰਤਾਂ ਦੀ ਜਿਹੜੀ ਮਹਿਲਾਵਾਂ ਦੀ ਹੋਣੀ ਕਿੰਨੀ ਕੁ ਵੱਡੀ ਤਬਦੀਲੀ ਇਸ ਬਿੱਲ ਦੇ ਆਉਣ ਨਾਲ ਜਾਂ ਐਕਟ ਜਾਂ ਕਾਨੂੰਨ ਬਣਨ ਦੇ ਰੂਪ ਦੇ ਵਿੱਚ ਇਸ ਨੂੰ ਦੇਖਦੇ ਹੋ? फैसला है, बड़ा हिस्टोरिक फैसला है। ये फैसले बड़े लॉन्ग रेमिफिकेशंस रखते हैं और औरतों लिए, हिंदुस्तान दी औरतों लिए एक बहुत वड्डा दिन है। और मैं समझदी हाँ कि ये 27 वरे जेड़ा असी सारियां कई पोलिटिकल पार्टीज़ ने इनू नहीं आउण दिता, वो एक सैटबैक सी करीबन तीन दिहातियां लई ਜਿਹੜੀਆਂ ਔਰਤਾਂ ਨੂੰ ਬਹੁਤ ਪਹਿਲਾਂ ਪਾਰਲੀਮੈਂਟ 'ਚ ਜ਼ਿਆਦਾ ਚਾਂਸ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਠੀਕ ਹੈ, ਕਾਂਗਰਸ ਜਿਹੜੇ ਸਨ, ਰਾਜੀਵ ਗਾਂਧੀ, ਉਹ ਇਸ ਪ੍ਰਪੋਜ਼ਲ ਨੂੰ ਲੈ ਕੇ ਆਏ ਸਨ, ਪਰ ਉਸ ਤੋਂ ਬਾਅਦ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ 10 ਵਰੇ ਸੋਨੀਆ ਗਾਂਧੀ ਪਾਰਟੀ ਪ੍ਰੈਜ਼ੀਡੈਂਟ ਸਨ, ਜਿਹੜੀ ਕਿ ਇੱਕ ਔਰਤ ਸਨ, ਔਰ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸਨ, ਪਰ ਉਹਨਾਂ 10 ਵਰਿਆਂ 'ਚ ਕੋਈ ਐਸਾ ਇਨੀਸ਼ੀਏਟਿਵ ਨਹੀਂ ਲਿਆ ਗਿਆ ਕਿ ਇਹਨੂੰ ਪਾਸ ਕੀਤਾ ਜਾਏ। ਇੱਕ ਕਮਿਟਮੈਂਟ ਔਰ ਇੱਕ ਵਿਜ਼ਨ ਨਹੀਂ ਰੱਖਿਆ ਗਿਆ। मतलब अज ये बिल लिया गया है, ये कह के भी बहुत ही कोई जी औरतों की जिंदगी है उन्हें कोई मतलब ऐसा बदलाव आएगा कि अज तो बाद एक नवा ही समाज इत्थे मतलब सिर जाएगा, बन जाएगा। पर आप देखिए जी, जदों तक जी ग्राउंड लैवल पर औरतों की जी जिंदगी है वो नहीं सुधरती, उदों तक असल च कोई बदलाव आ नहीं सकता। भी सीटां चाहे तुसीं कितनियां भी रिजर्व कर दो, आप देखिए, आप जिवें तुसीं पहलां भी जिक्र किया भी सरपंची दे इलैक्शनां च भी आ देख चुके हैं भी चाहे कोई एक कुड़ी नूं औरत नूं खड़ा दिता जाता है भी उन्दी सीट रिजर्व सीगी, पर उनके पिछे सरपंची हमेशा कोई लड़का उनका पति कर रहा होंदा है। तो इस समय तो लिया जा रहा है मतलब 2024 की चोणां नेड़े ने, बस एक जुमले वजों कि असी बहुत कोई वड्डी चीज़ करती, तो ना ही ये आने वाले हाल तक मतलब 26 कह रहे हो 29 तक भी इनका लागू होने का कोई दिख नहीं रहा आपां नूं जी। कि इस बिल की जी शुरुआत सी और राजीव गांधी जी ने कांग्रेस पार्टी के थ्रू की सी और 1989 ਦੇ ਵਿੱਚ ਇਸ ਬਿੱਲ ਨੂੰ ਪਾਸ ਵੀ ਕਰਾਇਆ ਸੀ, ਜਿਹਦੇ ਵਿੱਚ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਔਰ ਪੰਚਾਇਤੀ ਰਾਜਾਂ ਦੇ ਵਿੱਚ ਜੋ ਵੂਮਨ ਦੀ ਮੈਜੋਰਿਟੀ ਸੀ ਉਹ ਕਾਂਗਰਸ ਪਾਰਟੀ ਦੀ ਹੀ ਦੇਣ ਸੀ, ਜਿਹਦੇ ਵਿੱਚ ਅੱਜ ਅਸੀਂ ਦੇਖ ਸਕਦੇ ਹਾਂ ਮੋਰ ਦੈਨ 40% ਲੇਡੀਜ਼ ਜਿਹੜੀ ਹੈਗੀਆਂ ਕਾਰਪੋਰੇਸ਼ਨ ਔਰ ਪੰਚਾਇਤ ਦੇ ਵਿੱਚ ਕੰਮ ਕਰ ਰਹੀਆਂ ਨੇ, ਗ੍ਰਾਮ ਸਭਾ ਦੇ ਵਿੱਚ। ਕਿ ਅੱਜ ਜੋ ਭਾਜਪਾ ਨੇ ਜੋ ਇਹ ਇੱਕ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ 2024 ਦੇ ਇਲੈਕਸ਼ਨ ਸਿਰ ਤੇ ਨੇ, ਇਹਨੂੰ ਅੱਧਾ ਅਧੂਰਾ ਛੱਡ ਕੇ ਪਤਾ ਨਹੀਂ ਲੋਕਾਂ ਦੇ ਵਿੱਚ ਵਾਹ ਹੀ ਖੱਟਣ ਵਾਸਤੇ ਕਿਉਂ ਇਹ ਕੰਮ ਕੀਤਾ ਗਿਆ। ਵੈਸੇ ਤੇ ਭਾਜਪਾ ਸਰਕਾਰ ਕੋਈ ਬਿੱਲ ਲਿਆਣਾ ਹੋਵੇ ਰਾਤੋਂ ਰਾਤ, ਨਾ ਇਹਨਾਂ ਨੂੰ ਕੋਈ ਰਾਜ ਸਭਾ ਦੀ ਕੋਈ ਮੈਜੋਰਿਟੀ ਚਾਹੀਦੀ ਹੈ, ਨਾ ਲੋਕ ਸਭਾ ਦੀ ਕੋਈ ਮੈਜੋਰਿਟੀ ਚਾਹੀਦੀ ਹੈ, ਚਾਹੇ ਉਹ ਡਿਮੋਨੇਟਾਈਜੇਸ਼ਨ ਨੂੰ ਲੈ ਕੇ ਹੋਵੇ, ਚਾਹੇ ਉਹ ਕਿਸਾਨ ਬਿੱਲ ਨੂੰ ਲੈ ਕੇ ਹੋਵੇ, ਜਾਂ ਫਿਰ ਚਾਹੇ ਉਹ 370 ਹਟਾਉਣ ਦੀਆਂ ਗੱਲਾਂ ਕੀਤੀਆਂ ਜਾਣ, ਇਹਦੇ ਵਿੱਚ ਤੇ ਮੈਜੋਰਿਟੀ ਨਹੀਂ ਮੰਗੀ ਜਾਂਦੀ। ਬਟ ਜਦੋਂ ਅਸੀਂ ਇਹ ਗੱਲ ਕੀਤੀ ਵੂਮਨ ਰਿਜ਼ਰਵੇਸ਼ਨ ਦੀ, ਉਹਦੇ ਵਿੱਚ ਵੀ ਡੀਲਿਮਿਟੇਸ਼ਨ ਰੱਖ ਦਿੱਤੀਆਂ, ਹੋਰ ਕਈ ਸਾਰੀਆਂ ਕੰਡੀਸ਼ਨਸ ਰੱਖ ਦਿੱਤੀ, ਜਿਹਦੇ ਵਿੱਚ 2029 ਤੱਕ ਸਾਨੂੰ ਉਮੀਦ ਨਹੀਂ ਹੈ ਕਿ ਇਸ ਬਿੱਲ ਨੂੰ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾ ਸਕਦਾ। ਇਹ ਇੱਕ ਸਿਰਫ ਇੱਕ ਜੁਮਲਾ ਛੱਡਿਆ ਗਿਆ। ਪੋਲੀਟੀਕਲ ਬੰਦਿਆਂ 'ਚ ਸਵਾਏ ਵੋਟਾਂ ਇਕੱਠੀਆਂ ਕਰਨ ਤੋਂ ਬਟੋਰਨ ਤੋਂ ਹੋਰ ਕੋਈ ਏਜੰਡਾ ਹੈ ਨਹੀਂ। ਮੈਂ ਹੁਣ ਦੱਸ ਦੇਣਾ ਕਿ ਕੌਣ ਔਰਤਾਂ ਹੋਣਗੀਆਂ ਜਿਹੜੀਆਂ ਰਿਜ਼ਰਵੇਸ਼ਨ ਰਾਹੀਂ ਸੱਤਾ 'ਚ ਆਉਣਗੀਆਂ, ਪਾਰਲੀਮੈਂਟ 'ਚ ਆਉਣਗੀਆਂ ਜਾਂ ਅਸੈਂਬਲੀਆਂ ਦੇ ਵਿੱਚ ਆਉਣਗੀਆਂ। ਜਿਹੜੇ ਆਲਰੇਡੀ ਪਰਿਵਾਰ, ਜਿਹੜੇ ਰਾਜਨੀਤਿਕ ਪਰਿਵਾਰ ਆ, ਜਿਹੜੇ ਮਿਨਿਸਟਰ ਆ, ਜਿਹੜੇ ਚੀਫ ਮਿਨਿਸਟਰ ਆ, ਜਿਹੜੇ MLA ਆ ਜਾਂ ਹੋਰ ਰਾਜਨੀਤਿਕ ਵੱਡੇ ਲੀਡਰ ਆ, ਉਹਨਾਂ ਦੀਆਂ ਬੀਵੀਆਂ, ਭੈਣਾਂ, ਧੀਆਂ ਉਹ ਆਉਣਗੀਆਂ। ਜੈਇੰਦਰ ਕੌਰ ਆ ਰਹੀ ਹੈ ਨਾ, ਹੁਣ ਕਹਿੰਦੇ ਕਿ ਪਾਰਲੀਮੈਂਟ 'ਚ ਖੜੀ ਹੋਊਗੀ, ਉਹਦੀ ਚਰਚਾ ਚੱਲ ਪਈ ਨਾ। ਉਹਨਾਂ ਦੀ ਮਾਂ ਜਿਹੜੀ ਸੀ ਉਹ ਪਾਰਲੀਮੈਂਟ ਦੇ ਵਿੱਚ ਸੀਗੀ, ਉਹਨਾਂ ਦਾ ਫਾਦਰ ਜਿਹੜਾ ਚੀਫ ਮਿਨਿਸਟਰ ਸੀਗਾ, ਉਹਨਾਂ ਦਾ ਫਾਦਰ ਉੱਥੇ ਪਾਰਲੀਮੈਂਟ ਵਿੱਚ। ਇਹੋ ਹੀ ਕੁਝ ਚੱਲੂਗਾ, ਕੁਣਬਾਵਾਦ ਚੱਲੂਗਾ, ਪਰਿਵਾਰਵਾਦ ਚੱਲੂਗਾ। ਕਿ 24 ਦੀਆਂ ਪਾਰਲੀਮੈਂਟ ਇਲੈਕਸ਼ਨ ਦੇ ਮੌਕੇ ਦੇ ਉੱਤੇ ਆ ਕੇ ਹੀ ਕਿਉਂ ਇਹ ਕੀਤਾ ਗਿਆ? ਉਹਨਾਂ ਕਿ ਚੋਣਾਂ ਦਾ ਇੱਕ ਜੁਮਲਾ ਹੈ। ਭਾਜਪਾ ਜਿਹੜੀ ਹੈਗੀ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਆ ਰਹੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਮੱਦੇਨਜ਼ਰ। ਇਹ ਵੀ ਹੈ ਨਾਲ ਕਿ ਜਦ ਤੱਕ ਜ਼ਮੀਨੀ ਹਕੀਕਤਾਂ ਨਹੀਂ ਬਦਲੀਆਂ ਜਾਣਗੀਆਂ, ਕੇਵਲ ਜਿਹੜਾ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾ ਦੇ ਅੰਦਰ ਰਾਖਵਾਂਕਰਨ ਦੇ ਨਾਲ ਔਰਤਾਂ ਦੀ ਜਿਹੜੀ ਸਮਾਜਿਕ, ਰਾਜਸੀ ਜਾਂ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਕੋਈ ਬਦਲਾਅ ਹੋਣ ਦੀਆਂ, ਤਬਦੀਲੀਆਂ ਹੋਣ ਦਾ ਚਾਂਸ ਬਹੁਤ ਘੱਟ ਹੈ। 27 ਸਾਲ ਤੋਂ ਉਹ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ ਸੀ। 27 ਵਰਿਆਂ ਬਾਅਦ ਇੱਕ ਇਨੀਸ਼ੀਏਟਿਵ ਲੈ ਕੇ ਉਹ ਇੱਕ ਬਿੱਲ ਨੂੰ ਲਿਆਂਦਾ ਗਿਆ। ਤੁਹਾਨੂੰ ਸਾਰਿਆਂ ਨੂੰ, ਸਾਨੂੰ ਅਸੀਂ ਸਭ ਅਖਬਾਰਾਂ ਪੜ੍ਹਨੇ ਆ,
ਤੁਹਾਨੂੰ ਯਾਦ ਹੋ ਗਿਆ ਕਿ ਲਾਲੂ ਪ੍ਰਸਾਦ ਯਾਦਵ ਹੋਰ ਕਈ ਜਿਹੜੇ ਪੋਲੀਟੀਸ਼ੀਅਨ ਸਨ ਉਹ ਬੜੀ ਵੈਮੈਂਟਲੀ ਇਹਨੂੰ ਅਪੋਜ਼ ਕਰਦੇ ਸਨ ਔਰ ਉਹ ਕਹਿੰਦੇ ਸਨ ਕਿ ਇਹ ਬਿੱਲ ਪਾਸ ਨਹੀਂ ਹੋਣਾ ਜੀ। ਔਰ ਮੈਂ ਸਮਝਦੀ ਹਾਂ ਕਿ ਕਾਫੀ ਪਾਰਟੀਆਂ ਨੇ ਇਹਦੇ ਹੱਕ ਦੇ ਵਿੱਚ ਵੀ ਕੋਸ਼ਿਸ਼ ਕੀਤੀ, ਕਟਿੰਗ ਅਕ੍ਰੋਸ ਪਾਰਟੀ ਲਾਈਨਸ। ਮੈਂ ਬਿਲਕੁਲ ਸਹਿਮਤ ਹਾਂ, ਜਿਵੇਂ ਮੈਂ ਸ਼ੁਰੂ 'ਚ ਹੀ ਕਿਹਾ ਕਿ ਰਾਜੀਵ ਗਾਂਧੀ ਇਸ ਬਿੱਲ ਨੂੰ ਲੈ ਕੇ ਆਏ ਸਨ ਔਰ ਪਰ ਅੱਜ ਜੇ ਬੀਜੇਪੀ ਦੀ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ ਔਰ ਇੱਕ ਹਿਸਟੋਰਿਕ ਬਿੱਲ ਦੀ ਉਹਨੂੰ ਦੇ ਕੇ ਇੱਕ ਨਾ ਪਹਿਲੇ ਸੈਸ਼ਨ ਦੇ ਵਿੱਚ ਨਵੀਂ ਪਾਰਲੀਮੈਂਟ 'ਚ ਲਿਆ ਕੇ ਦਿੱਤਾ ਹੈ, ਇਹ ਇੱਕ ਬੜਾ ਵੱਡਾ ਆਨਰ ਹੈ ਔਰ ਇੱਕ ਬੜੀ ਵੱਡੀ ਕਮਿਟਮੈਂਟ ਲੱਗਦੀ ਹੈ ਕਿ ਹਾਂ ਅਸੀਂ ਔਰਤਾਂ ਲਈ ਬਿਲਕੁਲ ਰਿਜ਼ਰਵੇਸ਼ਨ ਕਰਾਂਗੇ, ਬਾਕੀ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ। ਮੈਂ ਤਾਂ ਉਹੀ ਕਹਿਣਾ ਚਾਹਾਂਗੀ ਕਿ 2017 ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਸੌਰੀ 2019 ਦੇ ਵਿੱਚ ਜਦੋਂ ਭਾਜਪਾ ਨੇ ਦੁਬਾਰਾ ਤੋਂ ਇਲੈਕਸ਼ਨ ਲੜਨੇ ਸੀ, ਉਸ ਵੇਲੇ ਮਹਿਲਾਵਾਂ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਉਦੋਂ ਵੀ ਕੀਤੀ ਗਈ ਸੀ, ਉਹ 2014 ਦੇ ਵਿੱਚ ਵੀ ਕੀਤੀ ਗਈ ਸੀ, ਜਿੱਥੇ ਇਹਨੂੰ ਅਮੈਂਡ ਕਰਨਾ ਜਾਂ ਫਿਰ ਇਹਨੂੰ ਇੰਪਲੀਮੈਂਟ ਕਰਨਾ ਇਹਨਾਂ ਦੀ ਸਾਰੇ ਵੱਲੋਂ ਇਹ ਸਾਰੇ ਦਾਅਵੇ ਕੀਤੇ ਗਏ ਸੀ। ਮੈਨੀਫੈਸਟੋ ਦੇ ਵਿੱਚ ਸੀਗਾ ਕਿ ਵੂਮਨ ਰਿਜ਼ਰਵੇਸ਼ਨ ਲੈ ਕੇ ਆਵਾਂਗੇ, ਇਹ ਮੈਨੀਫੈਸਟੋ ਦਾ ਇੱਕ ਰਿਕਾਰਡ ਸੀਗਾ, ਪਰ ਉਹ ਦੋਨਾਂ ਜਦੋਂ ਜਿੰਨੀ ਵਾਰੀ ਵੀ ਇਲੈਕਸ਼ਨ ਲੜੇ ਉਹ ਦੋਨਾਂ ਦੇ ਵਿੱਚ ਇਹ ਪਾਸ ਨਹੀਂ ਕੀਤਾ ਗਿਆ, ਨਾ ਹੀ ਉਹਦੀ ਕੋਈ ਗੱਲ ਛੇੜੀ ਗਈ। ਜਦੋਂ ਤੁਹਾਡੀ ਪਾਰਟੀ ਦੇ ਵਿੱਚ ਮੈਨੀਫੈਸਟੋ ਦਾ ਇੱਕ ਪਾਰਟ ਹੋਵੇ, ਉਸ ਚੀਜ਼ ਨੂੰ ਤੁਸੀਂ ਆਪਣੀ ਸਰਕਾਰ ਦੇ ਟਾਈਮ ਤੇ ਉਹਨੂੰ ਇਮੈਂਟ ਹੀ ਨਾ ਕਰ ਸਕੋ ਜਾਂ ਇੰਪਲੀਮੈਂਟ ਹੀ ਨਾ ਕਰ ਸਕੋ, ਤੇ ਸਰਕਾਰ ਤੇ ਕੁਐਸਚਨ, ਆਪੋਜੀਸ਼ਨ ਤੇ ਕੁਐਸਚਨ ਪੁੱਛੇਗੀ ਕਿ ਮੈਨੀਫੈਸਟੋ ਦਾ ਪਾਰਟ ਹੋਣ ਦੇ ਬਾਵਜੂਦ ਵੀ ਅੱਜ ਤੁਸੀਂ 2024 ਦੇ ਵਿੱਚ ਲਾਂਚ ਕਰਨ ਦੀ ਸੋਚ ਰਹੇ ਹੋ ਜਾਂ ਅਮੈਂਡ ਕਰਨ ਦੀ ਸੋਚ ਰਹੇ ਹੋ, ਤਾਂ ਉਹ ਵੀ ਅੱਧਾ ਅਧੂਰਾ ਕੀਤਾ ਨਹੀਂ ਗਿਆ ਹਜੇ। ਇਹਨਾਂ ਨੇ ਕਿਹਾ ਵੀ ਠਾਣ ਰੱਖੀ ਸੀ ਮੋਦੀ ਜੀ ਨੇ ਵੀ ਆਪਾਂ ਇਹ ਬਿੱਲ ਲੈ ਕੇ ਆਉਣਾ ਹੈ ਨਾ, ਪਰ ਜਦੋਂ ਕੁੜੀਆਂ ਨਾਲ ਹਰ ਰੋਜ਼ ਹਰ 15 ਮਿੰਟ ਬਾਅਦ ਬਲਾਤਕਾਰ ਹੁੰਦੇ ਹੈ, ਜਦੋਂ ਮਤਲਬ ਕੁਲਦੀਪ ਸਿੰਘ ਵਰਗੇ ਦੇ ਅੱਗੇ ਦਰਿੰਦਿਆਂ ਦੇ ਹੱਕ ਵਿੱਚ ਰੈਲੀਆਂ ਕੱਢੀਆਂ ਜਾਂਦੀਆਂ, ਜਦੋਂ ਬ੍ਰਿਜ ਭੂਸ਼ਣ ਵਰਗੇ ਗੁੰਡੇ ਨੂੰ ਮਤਲਬ ਬਚਾਇਆ ਜਾਂਦਾ ਹੈ, ਇੱਕ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਉਦੋਂ ਸਾਰੇ ਵਾਅਦੇ ਕਿੱਥੇ ਜਾਂਦੇ ਆ, ਉਦੋਂ ਸਾਰੇ ਇਰਾਦੇ ਕਿੱਥੇ ਜਾਂਦੇ ਆ। ਮਤਲਬ ਇਰਾਦਾ ਤਾਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਵੀ ਸੀਗਾ, ਪਰ ਅੱਜ ਆਪਣੇ ਸਰਕਾਰੀ ਸਕੂਲਾਂ ਦੀ ਆ ਹਾਲਤ ਹੈ ਵੀ ਅਲੱਗ ਵਾਸ਼ਰੂਮਸ ਨਾ ਹੋਣ ਕਰਕੇ ਕੁੜੀਆਂ ਨੂੰ ਜਿਹੜੀ ਐਡਮਿਸ਼ਨ ਉਹ ਛੱਡ ਦਿੰਦੀਆਂ ਨੇ। ਮਤਲਬ ਕੁੱਲ ਜਿਹੜੀ ਆਪਾਂ ਵੇਖ ਲਈਏ ਤੇ ਆ ਜਿਹੜੀ ਇੱਕ ਆਪਾਂ ਗੱਲ ਕਰਨੇ ਆ ਵੀ ਮੰਨ ਲਓ ਔਰਤਾਂ ਦੀ ਰਿਜ਼ਰਵੇਸ਼ਨ ਹੋ ਗਈ ਤਾਂ ਔਰਤਾਂ ਦੇ ਮਸਲੇ ਹੱਲ ਹੋ ਜਾਣਗੇ, ਜਾਂ ਆਈਡੈਂਟੀਟੀ ਪੋਲਿਟਿਕਸ ਜਿਹੜੀ ਹੁੰਦੀ ਹੈ। ਹੁਣ ਆਪਾਂ ਜਿਵੇਂ ਰਾਸ਼ਟਰਪਤੀ ਦੀ ਗੱਲ ਕੀਤੀ, ਉਹ ਔਰਤ ਹੋਣ ਦੇ ਨਾਲ ਨਾਲ ਆਦੀਵਾਸੀ ਵੀ ਨੇ, ਤਾਂ ਕੀ ਅੱਜ ਜਿਹੜੇ ਆਦੀਵਾਸੀਆਂ ਦੀ ਲੁੱਟ ਹੈ ਉਹ ਉਹਨਾਂ ਚ ਕਿੰਨਾ ਕੁ ਫਰਕ ਪਿਆ, ਉਲਟਾ ਵਧੀ ਹੈ ਉਹ ਵੀ। ਅੱਜ ਵੀ ਉਹਨਾਂ ਦੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ, ਉਹਨਾਂ ਉੱਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਵੈਂਡਰ ਟਾਰਗੀਆਂ ਜਾਂ ਹੋਰ ਵੱਡੇ ਵੱਡੇ ਸਰਮਾਏਦਾਰੀ ਦੇ ਉਹਨਾਂ ਦੇ ਰਿਸੋਰਸਿਸ ਲੁੱਟ ਰਹੀਆਂ ਨੇ, ਉਹਨਾਂ ਪਿੱਛੇ ਕੀ ਕੀਤਾ ਜਾ ਰਿਹਾ ਹੈ। ਮਤਲਬ ਤੁਸੀਂ ਚਿਹਰਾ ਕੋਈ ਵੀ ਲਿਆਓ, ਜਦੋਂ ਤੱਕ ਤੁਹਾਡੀ ਪਿੱਛੇ ਸੋਚ ਲੁੱਟਣ ਵਾਲੀ ਹੈ ਉਹ ਆਮ ਲੋਕਾਂ ਨੂੰ ਅੱਗੇ ਵਧਾਉਣ ਲਈ ਨਹੀਂ ਹੈਗੀ। ਤੇ ਖਾਸ ਕਰਕੇ ਬੀਜੇਪੀ ਦੀ ਤਾਂ ਵੈਸੇ ਵੀ ਉਹਨਾਂ ਦੀ ਜਿਹੜੀ ਮਨੂਵਾਦੀ ਆਰਐਸਐਸ ਉਹਨਾਂ ਦੇ ਲੀਡਰ ਸਮੇਂ ਤੇ ਅਜੇ ਬਿਆਨ ਦਿੰਦੇ ਰਹਿੰਦੇ, ਜਿਹਨੂੰ ਤਾਂ ਪਤਾ ਚੱਲਦਾ ਹੈ ਵੀ ਉਹਨਾਂ ਦੀ ਕਿਹੜੀ ਸੋਚ ਹੈ। ਸਾਰੀ ਅਪੋਜੀਸ਼ਨ ਉਹਦਾ ਬਾਈਕਾਟ ਇਸ ਲਈ ਕਰ ਗਈ ਕਿ ਤੁਸੀਂ ਰਾਸ਼ਟਰਪਤੀ ਸਾਡੀ ਮਹਿਲਾ ਤੇ ਸਾਡੀ ਆਦੀਵਾਸੀ ਰਾਸ਼ਟਰਪਤੀ ਆ, ਉਹਦੇ ਰਾਹੀਂ ਇਹਦਾ ਇਨੈਗੂਰੇਸ਼ਨ ਕੀਤਾ ਜਾਏ ਜਾਂ ਉਹਨੂੰ ਨਾਲ ਰੱਖ ਕੇ ਅੱਗੇ ਰੱਖ ਕੇ ਕੀਤਾ ਜਾਏ। ਕਿਹਨੇ ਛੱਡਿਆ? ਕਿਹੜੀ ਇਹ ਪਾਰਟੀ ਦੀ ਕਮਿਟਮੈਂਟ ਸੀ ਔਰਤਾਂ ਪ੍ਰਤੀ ਪਈ? ਕਿਹੜਾ ਰਾਤੋਂ ਰਾਤੀ ਇੱਥੇ ਹਿਰਦੇ ਪਰਿਵਰਤਨ ਹੋ ਗਿਆ? ਭੁੱਲ ਜਾਓ, ਗੱਲ ਪੁਰਾਣੀ ਹੋ ਗਈ। ਨਵੀਂ ਗੱਲ ਹੁਣ ਦੀ ਲੈ ਲਓ। ਪਾਰਲੀਮੈਂਟ ਦੀ ਪੁਰਾਣੀ ਬਿਲਡਿੰਗ ਚੋਂ ਜਿਹਨੂੰ ਸੰਵਿਧਾਨਕ ਸਦਨ ਕਹਿਣ ਦਾ ਨਾਮ ਪ੍ਰਧਾਨ ਮੰਤਰੀ ਨੇ ਦਿੱਤਾ, ਜਦੋਂ ਮਾਰਚ ਕਰਕੇ ਨਵੀਂ ਬਿਲਡਿੰਗ 'ਚ ਗਏ ਆ, ਕਿਹੜੇ ਚੌਧਰੀ ਅੱਗੇ ਸੀਗੇ? ਮੈਂ ਹੁਣ ਮੇਰੇ ਕੋਲ ਕੱਲੇ ਦਾ ਨਾਂ ਨਾ ਲਵਾਓ। ਉਹ 'ਚ ਰਾਜਨਾਥ ਸੀਗਾ, ਉਹਦੇ 'ਚ ਗਡਕਰੀ ਸੀਗੇ, ਉਹਦੇ 'ਚ ਸਭ ਤੋਂ ਅੱਗੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦੇ ਨਾਲ JP ਨੱਡਾ ਸੀਗਾ, ਹੋਰ ਵੱਡੇ ਚੌਧਰੀ ਅੱਗੇ ਤੁਰੇ ਜਾਂਦੇ ਸੀਗੇ 56 ਇੰਚ ਵਾਲੀ ਛਾਤੀ ਲੈ ਕੇ। ਇੱਕ ਵੀ ਔਰਤ ਅੱਗੇ ਨਹੀਂ ਸੀ। ਸ਼ਰਮ 'ਚ ਡੁੱਬਣਾ ਚਾਹੀਦਾ। ਕਿਉਂ ਨਹੀਂ ਸੀ ਵੀ ਔਰਤਾਂ ਨਾਲ ਅੱਗੇ ਲੈ ਕੇ ਚੱਲੇ? ਕਿਉਂ ਨਹੀਂ ਉੱਥੇ ਰਾਸ਼ਟਰਪਤੀ ਨੂੰ ਨਾਲ ਲੈ ਕੇ ਚੱਲੇ? ਕਿਉਂ ਨਹੀਂ ਵਿਰੋਧੀ ਪਾਰਟੀ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਆਪਣੀ ਬਗਲ 'ਚ ਨਾਲ ਲੈ ਕੇ ਚੱਲੇ? ਇਹ ਡੈਮੋਕ੍ਰੇਸੀ ਹੈ, ਇਹ ਸਾਰਿਆਂ ਦਾ ਸਾਂਝਾ ਸਦਨ ਆ, ਇਹ ਸਾਰਿਆਂ ਦੀ ਸਾਂਝੀ ਪਾਰਲੀਮੈਂਟ ਆ। ਨਹੀਂ ਕੋਈ ਇਹੋ ਜਿਹੀ ਪਰਵਾਹ। ਕੌਣ ਆਪਣੇ ਆਪ ਨੂੰ ਦਾਦਾ ਸਮਝਦੇ ਆ, ਚੌਧਰੀ ਸਮਝਦੇ ਆ, ਜਿਵੇਂ ਇਹ ਰਾਜੇ ਆ ਕਿ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮਿਨਿਸਟਰ ਹੈਗੇ ਆ। ਇਹ ਆਪਣੇ ਆਪ ਨੂੰ ਰਾਜੇ ਸਮਝਦੇ ਆ ਤੇ ਰਾਜੇ ਦੇ ਬਰਾਬਰ ਕੋਈ ਹੋਰ ਨਹੀਂ ਹੁੰਦਾ। ਇਹ ਬੜੀ ਅਫਸੋਸ ਵਾਲੀ ਗੱਲ ਆ। ਇਹ ਤੇ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੈ। ਸਭ ਤੋਂ ਪਹਿਲਾਂ ਸਾਡੀ ਵੂਮਨਸ ਨੂੰ ਤਾਂ ਘਰੋਂ ਅਪਬ੍ਰਿੰਗਿੰਗ ਇਸ ਤਰ੍ਹਾਂ ਦੀ ਦਿੱਤੀ ਗਈ ਹੈ। ਸੁਸਾਇਟੀ ਦੇ ਉੱਤੇ ਦਾਗ ਅਸੀਂ ਬਾਅਦ ਚ ਲਗਾਵਾਂਗੇ। ਸਾਡੇ ਘਰ ਦਾ ਕੀ ਮਾਹੌਲ ਹੈ? ਕਿਆ ਅੱਜ ਵੀ ਅਸੀਂ ਘਰ ਦੀਆਂ ਔਰਤਾਂ ਨੂੰ ਇਕੱਲੇ ਕਿਤੇ ਬਾਹਰ ਜਾਣ ਦਿੰਦੇ ਆ ਜਾਂ ਨਹੀਂ ਜਾਣ ਦਿੰਦੇ? ਇਹਦੇ ਵਿੱਚ ਹਾਂ ਜਾਂ ਨਾ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਕਿਆ ਸਾਡੇ ਘਰ ਦੇ ਲੋਕ ਸਾਡੀ ਵੂਮਨਸ ਨੂੰ ਰਿਸਪੌਂਸਿਬਿਲਿਟੀਜ਼ ਹੈਂਡਲ ਕਰਨ ਵਾਸਤੇ ਕੈਪੇਬਲ ਸਮਝਦੇ ਆ ਕਿ ਨਹੀਂ ਸਮਝਦੇ? ਇਹ ਤੇ ਸਾਡੇ ਘਰੋਂ ਸਵਾਲ ਉੱਠਦਾ ਸਭ ਤੋਂ ਪਹਿਲਾਂ, ਸੁਸਾਇਟੀ ਦੇ ਬਾਅਦ ਚ। ਜਦੋਂ ਘਰ ਦੇ ਸਪੋਰਟ ਕਰਦੇ ਨੇ ਵੂਮਨ ਨੂੰ, ਉਹ ਸਭ ਤੋਂ ਸਟਰੋਂਗ ਲੇਡੀ ਮੇਰੇ ਖਿਆਲ, ਮੇਰੀ ਪਰਸਨਲ ਓਪੀਨੀਅਨ ਹੈ। ਇਫ ਯੂਰ ਫੈਮਿਲੀ ਇਜ਼ ਵਿਦ ਯੂ, ਸਪੋਰਟਿੰਗ ਯੂ, ਤਾਂ ਦੁਨੀਆ ਦੀ ਹਰ ਕੋਈ ਵੀ ਚੀਜ਼ ਆ
ਉਹ ਹਾਸਲ ਕਰ ਸਕਦੀ ਹੈ। ਗਲੋਬਲ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪਾਰਲੀਮੈਂਟ ਪੂਰੇ ਦੇਸ਼ ਦੀਆਂ ਨਜ਼ਰਾਂ ਸੈਸ਼ਨ ਦੇ ਉੱਤੇ ਲੱਗੀਆਂ ਹੋਈਆਂ ਹੈ। ਵੱਡੇ ਮੁੱਦੇ, ਜਿਸ ਵੱਡੇ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ, ਜ਼ਿਕਰ ਕਰ ਰਹੇ ਹਾਂ, ਉਹ ਹੈ ਪਾਰਲੀਮੈਂਟ ਦੇ ਅੰਦਰ ਮਹਿਲਾ ਰਾਖਵਾਂਕਰਨ ਬਿੱਲ। ਆਖਰ 27 ਸਾਲ ਤੋਂ ਰਿਸਕ ਦਾ ਹੁਣ ਜਿਹੜਾ 23 ਚ ਆ ਕੇ ਬਿੱਲ ਜਿਹੜਾ ਸਦਨ ਦੇ ਪਟਲ ਤੇ ਪੇਸ਼ ਹੋਇਆ। ਕਿਉਂ ਇੰਨਾ ਲੰਬਾ ਸਮਾਂ? ਕਈ ਸਰਕਾਰਾਂ ਬਦਲੀਆਂ, ਕਈ ਪ੍ਰਧਾਨ ਮੰਤਰੀ ਬਦਲੇ, ਜੇ ਹੁਣ ਵੀ ਆਇਆ ਇਹ ਜ਼ਰੂਰ ਹੈ ਕਿ ਪਾਰਲੀਮੈਂਟ ਦੇ ਅੰਦਰ 33%, ਵਿਧਾਨ ਸਭਾ ਦੇ ਅੰਦਰ ਵੀ 33%। ਇਸ ਦਾ ਇੱਕ ਨਜ਼ਾਰਾ ਪੰਚਾਇਤੀ ਚੋਣਾਂ 'ਚ ਪਹਿਲਾਂ ਹੀ ਦੇਖਿਆ ਜਾ ਚੁੱਕਾ। ਨਰਸਿਮਹਾ ਰਾਓ ਦੀ ਸਰਕਾਰ ਵੇਲੇ ਜਿਹੜੀ 72ਵੀਂ 73ਵੀਂ ਪੰਚਾਇਤੀ ਸੋਧ ਐਕਟ 'ਚ ਜਿਹੜੀ ਤਬਦੀਲੀ ਲਿਆਂਦੀ ਗਈ ਸੀ। ਵੱਡਾ ਸਵਾਲ ਇਹ ਵੀ ਹੈ ਕਿ ਕੀ ਇਸ ਦੇ ਨਾਲ ਇਸ ਦੇਸ਼ ਦੇ ਅੰਦਰ ਔਰਤਾਂ ਦੀ ਹੋਣੀ ਬਦਲੇਗੀ, ਲੀਡਰਸ਼ਿਪ 'ਚ ਭਾਗੀਦਾਰੀ ਆਏਗੀ, ਵੱਡੇ ਨੀਤੀਗਤ ਫੈਸਲਿਆਂ 'ਚ ਸ਼ਮੂਲੀਅਤ ਹੋਏਗੀ। ਬਹੁਤ ਸਾਰੇ ਸਵਾਲ ਹੈ, ਪਰ ਸਵਾਲਾਂ ਦਾ ਇੱਕ ਸਵਾਲ ਹੈ ਕਿ ਆਪਾਂ ਮਹਿਮਾਨਾਂ ਦੀ ਜਾਣ ਪਹਿਚਾਣ ਕਰਾਉਂਦੇ ਹਾਂ। ਉਹ ਇਹ ਹੈ ਕਿ ਹੁਣ ਜਿਹੜਾ ਰਾਖਵਾਂਕਰਨ ਬਿੱਲ ਲਿਆਂਦਾ ਗਿਆ, ਕੀ ਇਹ ਜਿਹੜੀ ਆ ਰਹੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹਦੇ 'ਤੇ ਲਾਗੂ ਹੋ ਸਕੇਗਾ? ਆਪਣਾ ਸਾਰਿਆਂ ਦਾ ਜਵਾਬ ਨਾ ਪੱਖੀ ਹੋਣਾ ਸੁਭਾਵਿਕ ਹੈ, ਕਿਉਂਕਿ ਦੇਸ਼ ਦੀ ਜਨਗਣਨਾ ਮਰਦਮਸ਼ੁਮਾਰੀ ਜਦ ਤੱਕ ਪੈਂਡਿੰਗ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ 26 ਤੋਂ ਲਾਗੂ ਹੋ ਸਕਦਾ ਹੈ। ਖੈਰ, ਆਉਣ ਵਾਲਾ ਸਮਾਂ ਦੱਸੇਗਾ। ਆਓ ਆਪਾਂ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ, ਅਤੇ ਸਵਾਲਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਆਪਾਂ ਆਪਣੇ ਮਹਿਮਾਨਾਂ ਤੋਂ ਕਿਉਂ ਨਾ ਲਈਏ। ਸਾਡੇ ਨਾਲ ਜਸਮੀਨ ਸੰਧਾਵਾਲੀਆ ਜੀ, ਭਾਰਤੀ ਜਨਤਾ ਪਾਰਟੀ ਦੇ ਕੱਦਾਵਰ ਬਾਰੇ ਮਹਿਲਾ ਮੋਰਚੇ ਦੇ ਕੱਦਾਵਰ ਆਗੂ ਨੇ। ਸਾਡੇ ਨਾਲ ਦੂਜੇ ਮਹਿਮਾਨ ਟੀਨਾ ਚੌਧਰੀ, ਦੇਸ਼ ਤੇ ਪੰਜਾਬ ਦੀ ਮੁੱਖ ਵਿਰੋਧੀ ਧਿਰ ਦੀ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਹੈ, ਆਪਾਂ ਉਹਨਾਂ ਨੂੰ ਵੀ ਜੀ ਆਖਦੇ ਹਾਂ। ਸਾਡੇ ਨਾਲ ਮਨਿਕਾ ਜੀ, ਪੰਜਾਬ ਯੂਨੀਵਰਸਿਟੀ ਲਲਕਾਰ ਦੇ ਨੌਜਵਾਨ ਵਿਦਿਆਰਥੀ ਆਗੂ, ਉਹਨਾਂ ਨੂੰ ਵੀ ਆਪਾਂ ਵੈਲਕਮ ਕਰਦੇ ਹਾਂ। ਪ੍ਰੋਫੈਸਰ ਮਨਜੀਤ ਸਿੰਘ, ਰਾਜਸੀ ਵਿਸ਼ਲੇਸ਼ਕ, ਸਾਡੇ ਸਾਰਿਆਂ ਦੇ ਜਾਣੇ ਪਹਿਚਾਣੇ ਚਿਹਰੇ, ਸਾਰਿਆਂ ਨੂੰ ਆਪਾਂ ਜੀ ਆਖਦੇ ਹਾਂ। ਸੰਧਾਵਾਲੀਆ ਜੀ, ਪਹਿਲਾ ਸਵਾਲ, ਜਿਸ ਤਰ੍ਹਾਂ ਆਪਾਂ ਪਾਰਲੀਮੈਂਟ ਦਾ ਜ਼ਿਕਰ ਕੀਤਾ, ਬਣਦਾ ਵੀ ਤੁਹਾਡੇ ਤੋਂ ਹੈ। ਇਹ ਠੀਕ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਹੁਣ ਲਿਆਂਦਾ ਗਿਆ, ਹੁਣ 23 ਦੇ ਵਿੱਚ ਲਿਆਉਣ ਨੂੰ ਇਸ ਦਾ ਭਵਿੱਖ ਕਿਵੇਂ ਦੇਖਦੇ ਹੋ? ਔਰ ਇਸ ਦੇਸ਼ ਦੀਆਂ ਔਰਤਾਂ ਦੀ ਜਿਹੜੀ ਮਹਿਲਾਵਾਂ ਦੀ ਹੋਣੀ, ਕਿੰਨੀ ਕੁ ਵੱਡੀ ਤਬਦੀਲੀ ਇਸ ਬਿੱਲ ਦੇ ਆਉਣ ਨਾਲ ਜਾਂ ਐਕਟ ਜਾਂ ਕਾਨੂੰਨ ਬਣਨ ਦੇ ਰੂਪ ਦੇ ਵਿੱਚ ਇਸ ਨੂੰ ਦੇਖਦੇ ਹੋ? ਕੀ ਕਹਿਣਾ ਇਸ ਮੁੱਦੇ 'ਤੇ ਤੁਹਾਡਾ? ਦੇਖੋ ਜੀ, ਮੈਂ ਸਮਝਦੀ ਹਾਂ ਕਿ 19 ਸਤੰਬਰ ਪਹਿਲਾ ਦਿਨ ਜਿਹੜਾ ਪਾਰਲੀਮੈਂਟ ਦੇ ਵਿੱਚ, ਨਵੀਂ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਲੈ ਕੇ ਆਂਦਾ ਗਿਆ, ਇੱਕ ਬੜਾ ਤਰੀਕੀ ਦਿਨ ਔਰ ਇੱਕ ਬੜਾ ਤਰੀਕੀ ਫੈਸਲਾ ਹੈ, ਬੜਾ ਹਿਸਟੋਰਿਕ ਫੈਸਲਾ ਹੈ। ਇਹ ਫੈਸਲੇ ਬੜੇ ਲੌਂਗ ਰੈਮਿਫਿਕੇਸ਼ਨਸ ਰੱਖਦੇ ਨੇ ਔਰ ਔਰਤਾਂ ਲਈ, ਹਿੰਦੁਸਤਾਨ ਦੀਆਂ ਔਰਤਾਂ ਲਈ ਇਹ ਇੱਕ ਬਹੁਤ ਵੱਡਾ ਦਿਨ ਹੈ। ਔਰ ਮੈਂ ਸਮਝਦੀ ਹਾਂ ਕਿ ਇਹ 27 ਵਰ੍ਹੇ ਜਿਹੜਾ ਅਸੀਂ ਸਾਰੀਆਂ ਕਈ ਪੋਲੀਟੀਕਲ ਪਾਰਟੀਜ਼ ਨੇ ਇਹਨੂੰ ਨਹੀਂ ਆਉਣ ਦਿੱਤਾ, ਉਹ ਇੱਕ ਸੈਟਬੈਕ ਸੀ ਕਰੀਬਨ ਤਿੰਨ ਦਿਹਾਤਿਆਂ ਲਈ, ਜਿਹੜੀਆਂ ਔਰਤਾਂ ਨੂੰ ਬਹੁਤ ਪਹਿਲਾਂ ਪਾਰਲੀਮੈਂਟ 'ਚ ਜ਼ਿਆਦਾ ਚਾਂਸ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਠੀਕ ਹੈ, ਕਾਂਗਰਸ ਜਿਹੜੇ ਸਨ, ਰਾਜੀਵ ਗਾਂਧੀ, ਉਹ ਇਸ ਪ੍ਰਪੋਜ਼ਲ ਨੂੰ ਲੈ ਕੇ ਆਏ ਸਨ, ਪਰ ਉਸ ਤੋਂ ਬਾਅਦ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ 10 ਵਰ੍ਹੇ ਸੋਨੀਆ ਗਾਂਧੀ ਪਾਰਟੀ ਪ੍ਰੈਜ਼ੀਡੈਂਟ ਸਨ, ਜਿਹੜੀ ਕਿ ਇੱਕ ਔਰਤ ਸਨ, ਔਰ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸਨ, ਪਰ ਉਹਨਾਂ 10 ਵਰ੍ਹਿਆਂ 'ਚ ਕੋਈ ਐਸਾ ਇਨੀਸ਼ੀਏਟਿਵ ਨਹੀਂ ਲਿਆ ਗਿਆ ਕਿ ਇਹਨੂੰ ਪਾਸ ਕੀਤਾ ਜਾਏ। ਇੱਕ ਕਮਿਟਮੈਂਟ ਔਰ ਇੱਕ ਵਿਜ਼ਨ ਨਹੀਂ ਰੱਖਿਆ ਗਿਆ। ਹੁਣ ਇਹ ਮੋਦੀ ਸਾਹਿਬ ਨੂੰ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ, ਔਰ ਉਹਨਾਂ ਦੇ ਮਨ ਦਾ ਇੱਕ ਸ਼ਾਇਦ ਵਾਅਦਾ ਸੀ ਕਿ ਨਵੀਂ ਪਾਰਲੀਮੈਂਟ 'ਚ ਇੱਕ ਐਸਾ ਬਿੱਲ ਲੈ ਕੇ ਆਉਣਗੇ ਜਿਹੜਾ ਕਿ ਸਦੀਆਂ ਲਈ ਯਾਦ ਰੱਖਿਆ ਜਾਏਗਾ। ਅਸੀਂ ਸਭ ਭੈਣਾਂ ਪਾਰਟੀ 70 ਤੋਂ ਉੱਠ ਕੇ, ਮੈਂ ਅੱਜ ਬੀਜੇਪੀ ਸਪੋਕਸਪਰਸਨ ਕਰਕੇ ਨਹੀਂ ਕਹਾਂਗੀ, ਪਰ ਮੈਂ ਐਜ਼ ਏ ਵੂਮਨ ਸਿਟੀਜ਼ਨ ਆਫ ਇੰਡੀਆ ਕਹਾਂਗੀ, ਭਾਰਤ ਦਾ ਕਹਾਂਗੀ ਕਿ ਸਾਨੂੰ ਬਹੁਤ ਹੀ ਇੱਕ ਅੱਛਾ ਰੋਡ ਮੈਪ ਮਿਲਿਆ ਹੈ। ਔਰਤਾਂ ਜੇ ਪਾਰਲੀਮੈਂਟ 'ਚ ਜਾਣਗੀਆਂ ਆਪਣੇ ਫੈਸਲਿਆਂ ਲਈ, ਉਹ ਜ਼ਰੂਰ ਕੁਝ ਕਰ ਸਕਣਗੀਆਂ। ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਕਿ ਜਿਸ ਬਿੱਲ ਦੀ ਆਪਾਂ ਜ਼ਿਕਰ ਕਰ ਰਹੇ ਹਾਂ, ਲਾਜ਼ਮੀ ਤੌਰ 'ਤੇ ਇੱਕ ਇਤਿਹਾਸਕ ਮੌਕਾ ਹੈ ਬਿੱਲ ਦੀ ਪੇਸ਼ਕਾਰੀ ਅਤੇ ਇਸ ਨੂੰ ਅੱਗੇ ਇੰਪਲੀਮੈਂਟੇਸ਼ਨ, ਜਿੱਦਾਂ ਤੁਸੀਂ ਕਿਹਾ ਆਪਾਂ ਦੇਖ ਰਹੇ ਹੋ। ਇੱਕ ਸਵਾਲ ਹੈ ਕਿ ਮੈਂ ਮਹਿਮਾਨਾਂ ਵੱਲ ਅੱਗੇ ਆਪਾਂ
ਜਾਣਿਆ ਤੁਸੀਂ ਗੱਲ ਕੀਤੀ ਹੈ ਕਾਂਗਰਸ ਦੀ। ਹੁਣ ਜੇ ਆਪਾਂ 2014 ਤੋਂ ਲਈਏ ਤੇ 23 ਤੇ ਹੁਣ 24 ਆਉਣ ਵਾਲਾ ਹੈ ਜੀ 10 ਸਾਲ ਦਾ ਸਮਾਂ ਸੰਧਾਵਾਲੀਆ ਜੀ ਹੁਣ ਵੀ ਨਿਕਲ ਗਿਆ ਹੈ। ਜੀ। ਇਸ ਬਿੱਲ ਨੂੰ ਲਿਆਉਂਦਾ ਕਾਸ਼ ਜੇ ਕਿਤੇ ਬਿੱਲ ਪਹਿਲਾਂ ਲਿਆਂਦਾ ਜਾਂਦਾ ਜੀ। ਤਾਂ ਸ਼ਾਇਦ ਇਸ ਦੇ ਨਤੀਜੇ ਭਾਜਪਾ ਲਈ ਵੀ ਤੇ ਦੇਸ਼ ਲਈ ਵੀ ਹੋਰ ਬਿਹਤਰ ਹੋ ਸਕਦੇ ਸੀ। ਮੈਂ ਸਮਝਦੀ ਹਾਂ ਜੀ ਕਿ ਮੈਂ ਐਵੇਂ ਪਾਰਟੀ ਨੂੰ ਪ੍ਰੋਟੈਕਟ ਕਰਨ ਲਈ ਗੱਲ ਨਹੀਂ ਕਰਾਂਗੀ, ਜੀ। ਪਰ ਜਿੰਨਾ ਚਿਰ ਤੁਹਾਡੇ ਕੋਲ ਰੈਕੁਇਜ਼ਿਟ ਨੰਬਰਸ ਰਾਜ ਸਭਾ 'ਚ ਨਾ ਹੋਣ ਤੇ ਜਾਂ ਲੋਕ ਸਭਾ 'ਚ ਸਨ, ਉਹਨਾਂ ਚਿਰ ਇਹ ਪਾਸ ਬਿੱਲ ਨਹੀਂ ਸੀ ਹੋਣਾ। ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਰਾਜ ਸਭਾ 'ਚ ਕੁਛ ਵਰੇ ਪਹਿਲਾਂ ਪਾਸ ਹੋ ਗਿਆ ਸੀ ਤੇ ਫਿਰ ਲੈਪਸ ਕਰ ਗਿਆ ਸੀ 2014 'ਚ, ਕਿਉਂਕਿ ਲੋਕ ਸਭਾ 'ਚ ਪਾਸ ਨਹੀਂ ਹੋ ਸਕਿਆ ਸੀ। ਪਰ ਹੁਣ ਸਾਰਾ ਬੀਜੇਪੀ ਨੇ ਦੇਖਿਆ ਕਿ ਰਾਜ ਸਭਾ 'ਚ ਵੀ ਲੈਪਸ ਨਹੀਂ ਹੋ ਸਕੇਗਾ, ਲੋਕ ਸਭਾ 'ਚ ਵੀ ਜੇ ਉਹ ਕਰਨਗੇ ਤੇ ਇਸ ਕਰਕੇ ਇਹ ਸਮਾਂ ਜਿਹੜਾ ਹੈ ਇਹ ਓਕੇ ਲਿਆ ਜੀ ਗਿਆ ਜੀ ਥੈਂਕ ਯੂ ਵੈਰੀ ਮਚ। ਮੈਂ ਕਿਹਾ ਤੁਸੀਂ ਯੁਵਾ ਨੇਤਾ ਹੋ, ਜਿੱਦਾਂ ਭਵਿੱਖ ਦੀ ਗੱਲ ਕਰ ਰਿਹਾ ਸੰਧਾਵਾਲੀ ਜੀ, ਤੁਸੀਂ ਇਸ ਬਿੱਲ ਨੂੰ ਕਿਵੇਂ ਦੇਖਦੇ ਹੋ? ਔਰਤਾਂ ਦੇ ਖਾਸ ਤੌਰ ਤੇ ਯੁਵਾ ਪੀੜ੍ਹੀ ਦਾ ਭਵਿੱਖ ਕਿੰਨਾ ਕੁ ਜੁੜਿਆ ਹੋਇਆ ਜੇ ਐਕਟ ਦਾ ਰੂਪ ਬਣੇਗਾ? ਮਤਲਬ ਅੱਜ ਇਹ ਬਿੱਲ ਲਿਆਂਦਾ ਗਿਆ ਹੈ ਇਹ ਕਹਿ ਕੇ ਵੀ ਬਹੁਤ ਹੀ ਕੋਈ ਜਿਹੜੀ ਔਰਤਾਂ ਦੀ ਜ਼ਿੰਦਗੀ ਹੈ ਉਹਦੇ ਵਿੱਚ ਕੋਈ ਮਤਲਬ ਐਡਾ ਬਦਲਾਅ ਆਏਗਾ ਕਿ ਅੱਜ ਤੋਂ ਬਾਅਦ ਇੱਕ ਨਵਾਂ ਹੀ ਸਮਾਜ ਇੱਥੇ ਮਤਲਬ ਸਿਰ ਜਾਏਗਾ, ਬਣ ਜਾਏਗਾ। ਪਰ ਆਪਾਂ ਦੇਖੀਏ ਜੀ, ਜਦੋਂ ਤੱਕ ਜਿਹੜੀ ਗਰਾਊਂਡ ਲੈਵਲ ਤੇ ਔਰਤਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਨਹੀਂ ਸੁਧਰਦੀ, ਉਦੋਂ ਤੱਕ ਅਸਲ 'ਚ ਕੋਈ ਬਦਲਾਅ ਆ ਨਹੀਂ ਸਕਦਾ। ਵੀ ਸੀਟਾਂ ਚਾਹੇ ਤੁਸੀਂ ਕਿੰਨੀਆਂ ਵੀ ਰਿਜ਼ਰਵ ਕਰ ਦਿਓ, ਆਪਾਂ ਦੇਖੀਏ, ਆਪਾਂ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਸਰਪੰਚੀ ਦੇ ਇਲੈਕਸ਼ਨਾਂ 'ਚ ਵੀ ਆ ਦੇਖ ਚੁੱਕੇ ਹਾਂ ਵੀ ਚਾਹੇ ਕੋਈ ਇੱਕ ਕੁੜੀ ਨੂੰ, ਔਰਤ ਨੂੰ ਖੜਾ ਦਿੱਤਾ ਜਾਂਦਾ ਹੈ ਵੀ ਉਹਦੀ ਸੀਟ ਰਿਜ਼ਰਵ ਸੀਗੀ, ਪਰ ਉਹਦੇ ਪਿੱਛੇ ਸਰਪੰਚੀ ਹਮੇਸ਼ਾ ਕੋਈ ਲੜਕਾ ਉਹਦਾ ਪਤੀ ਕਰ ਰਿਹਾ ਹੁੰਦਾ ਹੈ। ਤੇ ਆਪਾਂ ਦੇਖੀਏ ਵੀ ਜਦੋਂ ਤੱਕ ਔਰਤਾਂ ਜਿਹੜੀ ਆਪਦੀ ਉਹਨਾਂ ਦੀ ਫਾਈਨੈਂਸ਼ੀਅਲੀ ਡਿਪੈਂਡੈਂਟ ਰਹਿਣਗੀਆਂ ਮਰਦਾਂ ਤੇ, ਮਤਲਬ ਅੱਜ ਪੂਰੀ ਜਿਹੜੀ ਭਾਰਤ ਦੀ ਵਰਕਫੋਰਸ ਆਪਾਂ ਕਹਿ ਲਈ ਉਹਦੇ ਵਿੱਚ ਸਿਰਫ 10% ਕੁੜੀਆਂ ਨੇ ਜਿਹੜੀਆਂ ਕਮਾ ਰਹੀਆਂ ਨੇ, ਜਿਹੜਾ ਆਪਦਾ ਕੰਮ ਕਰ ਰਹੀਆਂ ਨੇ, ਬਾਕੀ ਸਾਰੀ 90% ਘਰ ਦੇ ਬੋਝ, ਘਰ ਦੇ ਕੰਮ ਦੇ ਬੋਝ ਥੱਲੇ ਦੱਬੀਆਂ ਨੇ, ਮਤਲਬ ਦੂਰੀ ਮਾਰ ਝੇਲ ਰਹੀਆਂ ਉਹ ਔਰਤਾਂ ਵੀ ਜਿਹੜੀਆਂ ਕਮਾ ਵੀ ਰਹੀਆਂ ਨੇ, ਘਰ ਦਾ ਵੀ ਕੰਮ ਕਰ ਰਹੀਆਂ ਨੇ, ਬਾਹਰ ਦਾ ਵੀ ਕਰ ਰਹੀਆਂ ਨੇ। ਮਤਲਬ ਜਦੋਂ ਤੱਕ ਆਪਾਂ ਇਹਨਾਂ ਮਸਲਿਆਂ ਤੇ ਗੱਲ ਨਹੀਂ ਕਰਾਂਗੇ ਉਦੋਂ ਤੱਕ ਜਿਹੜਾ ਵੀ ਆਪਾਂ ਕਿੰਨੀਆਂ ਵੀ ਸੀਟਾਂ ਰਿਜ਼ਰਵ ਕਰੀ ਜਾਈਏ ਉਹ ਕੋਈ ਵੀ ਉਹਦਾ ਮਤਲਬ ਨਹੀਂ ਰਹਿ ਜਾਂਦਾ। ਤੇ ਇਸ ਸਮੇਂ ਤੇ ਲਿਆਇਆ ਜਾ ਰਿਹਾ ਮਤਲਬ 2024 ਦੀ ਚੋਣਾਂ ਨੇੜੇ ਨੇ, ਬਸ ਇੱਕ ਜੁਮਲੇ ਵਜੋਂ ਕਿ ਅਸੀਂ ਬਹੁਤ ਕੋਈ ਵੱਡੀ ਚੀਜ਼ ਕਰਤੀ, ਤੇ ਨਾ ਹੀ ਇਹ ਆਉਣ ਵਾਲੇ ਹਾਲੇ ਤਾਂ ਮਤਲਬ ਤੁਸੀਂ 26 ਕਹਿ ਰਹੇ ਹੋ, 29 ਤੱਕ ਵੀ ਇਹਦਾ ਲਾਗੂ ਹੋਣ ਦਾ ਕੋਈ ਦਿਖ ਨਹੀਂ ਰਿਹਾ ਆਪਾਂ ਨੂੰ ਜੀ। ਮੈਂ ਕਿਹਾ ਮੈਂ ਬਾਕੀ ਮਹਿਮਾਨਾਂ ਤੋਂ ਸਵਾਲ ਲਵਾਂਗਾ, ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਇੱਕ ਬਹੁਤ ਵੱਡੀ ਤਬਦੀਲੀ ਦੀ ਆਪਾਂ ਗੱਲ ਕਰਦੇ, ਜਿੰਦਾ ਸੰਧਾਵਾਲੀ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ, ਕੀ ਇਹ ਲੱਗਦਾ ਕਿ 33ਵੀਂ ਸਦੀ ਜਿਹੜਾ ਹੈਗਾ ਲਾਗੂ ਹੋਣ ਦੇ ਨਾਲ, ਚਾਹੇ ਪਾਰਲੀਮੈਂਟ ਦੀ ਗੱਲ ਹੈ, ਵਿਧਾਨ ਸਭਾਵਾਂ ਦੀ ਗੱਲ ਹੈ, ਲੱਗਦਾ ਨਹੀਂ ਕਿ ਕਿਤੇ ਸਾਡੀ ਜਿਹੜੀ ਯੁਵਾ ਲੀਡਰਸ਼ਿਪ ਹੈ ਉਸ ਨੂੰ ਖਾਸ ਤੌਰ ਤੇ ਮਹਿਲਾਵਾਂ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਾਫੀ ਇੱਕ ਮੌਕਾ ਮਿਲੇਗਾ ਅੱਗੇ ਆਉਣ ਦਾ? ਦੇਖੋ ਜੋ ਵੀ ਆਪਾਂ ਪਾਰਟੀਆਂ ਦੀ ਗੱਲ ਕਰਨੇ ਆ, ਜਦੋਂ ਆਪਾਂ ਇੱਕ ਸਮਾਜ ਬਦਲਣ ਦੀ ਚੰਗਾ ਆਪਾਂ ਮਹਿਲਾਵਾਂ ਨੂੰ ਅੱਗੇ ਕਿਉਂ ਵਧਾਉਣਾ ਤਾਂ ਕਿ ਉਹ ਆਪਦਾ ਇੱਕ ਵਧੀਆ ਸਮਾਜ ਬਣਾ ਸਕਣ, ਇੱਥੇ ਬਰਾਬਰਤਾ ਦਾ ਸਮਾਜ ਬਣੇ। ਪਰ ਅੱਜ ਆਪਾਂ ਵੇਖ ਲਈਏ ਵੀ ਰਾਸ਼ਟਰਪਤੀ ਦੀ ਕੁਰਸੀ ਤੇ ਵੀ ਔਰਤ ਬੈਠੀ ਹੈ, ਤੇ ਆ ਜਿਹੜੀ ਆਪਾਂ ਪਾਰਟੀਆਂ ਦੀ ਗੱਲ ਕਰਨੇ ਆ ਇਹਨਾਂ ਦੇ ਵੀ ਮਤਲਬ ਸਮ੍ਰਿਤੀ ਇਰਾਨੀ ਵਰਗੇ ਔਰਤਾਂ ਬੈਠੀਆਂ ਨੇ ਪਾਵਰ 'ਚ, ਪਰ ਫਿਰ ਵੀ ਔਰਤਾਂ ਨਾਲ ਕੀ ਕੁਝ ਹੋ ਰਿਹਾ ਪਿਛਲੇ ਸਮਿਆਂ 'ਚ, ਮਤਲਬ ਕਿੰਨੀਆਂ ਘਿਨੌਣੀਆਂ ਹਰਕਤਾਂ ਵਾਪਰੀਆਂ ਨੇ। ਪਹਿਲਵਾਨਾਂ ਦਾ ਆਪਾਂ ਅੰਦੋਲਨ ਦਾ ਉਦਾਹਰਨ ਲੈ ਲਈਏ, ਜਾਂ ਫਿਰ ਬਿਲਕਿਸ ਬਾਨੋ ਦਾ ਹੁਣੇ ਮਣੀਪੁਰ 'ਚ ਇੰਨੀ ਮਤਲਬ ਬੇਸ਼ਰਮੀ ਜਿਹਨੇ ਮਨੁੱਖਤਾ ਨੂੰ ਸ਼ਰਮਸਾਰ ਕਰਤਾ ਉਹ ਜੀ ਘਟਨਾ ਵਾਪਰੀ ਸੀ। ਮਤਲਬ ਜਦੋਂ ਤੱਕ ਪਾਰਟੀ 'ਚ ਚਾਹੇ ਕੋਈ ਵੀ ਮੁੰਡੇ ਕੋਈ ਵੀ ਕੁੜੀਆਂ ਆ ਜਾਣ, ਜਦੋਂ ਤੱਕ ਉਸ ਪਾਰਟੀ ਦੀ ਸੋਚ ਜਿਹੜੀ ਸਮਾਜ ਨੂੰ ਬਦਲਣ ਵਾਲੀ ਨਹੀਂ ਹੈਗੀ, ਜਿਹੜੀ ਸਮਾਜ ਨੂੰ ਅੱਗੇ ਲਿਜਾਣ ਵਾਲੀ ਨਹੀਂ, ਉਦੋਂ ਤੱਕ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ। ਥੈਂਕ ਯੂ ਵੈਰੀ ਮਚ। ਟੀਨਾ ਚੌਧਰੀ, ਇਸੇ ਮਾਮਲੇ ਤੇ ਬੇਸ਼ੱਕ ਸਹੀ ਹੈ ਕਿ ਕਾਂਗਰਸ ਪਾਰਟੀ ਨੇ ਇਸ ਬਿੱਲ ਦੀ ਹਮਾਇਤ ਕੀਤੀ ਹੈ ਕਿ ਆਉਣਾ ਚਾਹੀਦਾ ਹੈ, ਪਰ ਤੁਸੀਂ ਕਿਵੇਂ ਦੇਖਦੇ ਹੋ ਇਸ ਬਿੱਲ ਦੀ ਅਹਿਮੀਅਤ ਨੂੰ? ਟੀਨਾ ਚੌਧਰੀ ਜੀ। ਜਗਤਾਰ ਜੀ, ਮੈਂ ਕਹਿਣਾ ਚਾਹਾਂਗੀ ਕਿ ਇਸ ਬਿੱਲ ਦੀ ਜਿਹੜੀ ਸ਼ੁਰੂਆਤ ਸੀਗੀ ਉਹ ਰਾਜੀਵ ਗਾਂਧੀ ਜੀ ਨੇ ਕਾਂਗਰਸ ਪਾਰਟੀ ਦੇ ਥਰੂ ਕੀਤੀ ਸੀਗੀ, ਔਰ 1989 ਦੇ ਵਿੱਚ ਇਸ ਬਿੱਲ ਨੂੰ ਪਾਸ ਵੀ ਕਰਾਇਆ ਸੀ, ਜਿਹਦੇ ਵਿੱਚ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਔਰ ਪੰਚਾਇਤੀ ਰਾਜਾਂ ਦੇ ਵਿੱਚ ਜੋ ਵੂਮਨ ਦੀ ਮੈਜੋਰਿਟੀ ਸੀਗੀ ਉਹ ਕਾਂਗਰਸ ਪਾਰਟੀ ਦੀ ਹੀ ਦੇਣ ਸੀਗੀ, ਜਿਹਦੇ ਵਿੱਚ ਅੱਜ ਅਸੀਂ ਦੇਖ ਸਕਦੇ ਹਾਂ ਮੋਰ ਦੈਨ 40% ਲੇਡੀਜ਼ ਜਿਹੜੀ ਹੈਗੀਆਂ ਕਾਰਪੋਰੇਸ਼ਨ ਔਰ ਪੰਚਾਇਤ ਦੇ ਵਿੱਚ ਕੰਮ ਕਰ ਰਹੀਆਂ ਨੇ, ਗ੍ਰਾਮ ਸਭਾ ਦੇ ਵਿੱਚ। ਬਹੁਤ ਵੱਡੀ ਗੱਲ ਹੈ। ਔਰ ਮੈਂ ਕਹਿਣਾ ਚਾਹਾਂਗੀ ਕਿ ਅੱਜ ਜੋ ਭਾਜਪਾ ਨੇ ਜੋ ਇਹ ਇੱਕ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ 2024 ਦੇ ਇਲੈਕਸ਼ਨ ਸਿਰ ਤੇ ਨੇ, ਇਹਨੂੰ ਅੱਧਾ ਅਧੂਰਾ ਛੱਡ ਕੇ ਪਤਾ ਨਹੀਂ ਲੋਕਾਂ ਦੇ ਵਿੱਚ ਵਾਹ ਵਾਹੀ ਖੱਟਣ ਵਾਸਤੇ ਕਿਉਂ ਇਹ ਕੰਮ ਕੀਤਾ ਗਿਆ। ਵੈਸੇ ਤੇ ਭਾਜਪਾ ਸਰਕਾਰ ਕੋਈ ਬਿੱਲ ਲਿਆਣਾ ਹੋਵੇ ਰਾਤੋਂ ਰਾਤ, ਨਾ ਇਹਨਾਂ ਨੂੰ ਕੋਈ ਰਾਜ ਸਭਾ ਦੀ ਕੋਈ ਮੈਜੋਰਿਟੀ ਚਾਹੀਦੀ ਹੈ, ਨਾ ਲੋਕ ਸਭਾ ਦੀ ਕੋਈ ਮੈਜੋਰਿਟੀ ਚਾਹੀਦੀ ਹੈ, ਚਾਹੇ ਉਹ ਡਿਮੋਨੇਟਾਈਜੇਸ਼ਨ ਨੂੰ ਲੈ ਕੇ ਹੋਵੇ, ਚਾਹੇ ਉਹ ਕਿਸਾਨ ਬਿੱਲ ਨੂੰ ਲੈ ਕੇ ਹੋਵੇ, ਜਾਂ ਫਿਰ ਚਾਹੇ ਉਹ 370 ਹਟਾਉਣ ਦੀਆਂ ਗੱਲਾਂ ਕੀਤੀਆਂ ਜਾਣ, ਇਹਦੇ ਵਿੱਚ ਤੇ ਮੈਜੋਰਿਟੀ ਨਹੀਂ ਮੰਗੀ ਜਾਂਦੀ। ਬਟ ਜਦੋਂ ਅਸੀਂ ਇਹ ਗੱਲ ਕੀਤੀ ਵੂਮਨ ਰਿਜ਼ਰਵੇਸ਼ਨ ਦੀ, ਉਹਦੇ ਵਿੱਚ ਵੀ ਡੀਲਿਮਿਟੇਸ਼ਨ ਰੱਖ ਦਿੱਤੀਆਂ, ਹੋਰ ਕਈ ਸਾਰੀਆਂ ਕੰਡੀਸ਼ਨਸ ਰੱਖ ਦਿੱਤੀਆਂ, ਜਿਹਦੇ ਵਿੱਚ 2029 ਤੱਕ ਸਾਨੂੰ ਉਮੀਦ ਨਹੀਂ ਹੈ ਕਿ ਇਸ ਬਿੱਲ ਨੂੰ ਜਿਹੜਾ ਹੈਗਾ
ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾ ਸਕਦਾ। ਇਹ ਇੱਕ ਸਿਰਫ ਇੱਕ ਜੁਮਲਾ ਛੱਡਿਆ ਗਿਆ, ਜਿਹਦੇ ਵਿੱਚ ਸ਼ਾਇਦ ਭਾਜਪਾ ਨੂੰ ਲੱਗਦਾ ਹੈ ਕਿ 2024 ਦੇ ਵਿੱਚ ਸਾਡੀ ਸਰਕਾਰ ਹਾਰ ਰਹੀ ਹੈ ਜਾਂ ਸਾਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ, ਜਿਹਦੇ ਵਿੱਚ ਔਰਤਾਂ ਦੀ ਮੈਜੋਰਿਟੀ ਲੈਣ ਵਾਸਤੇ ਇਹ ਇਨੀਸ਼ੀਏਟਿਵ ਲਿਆ ਗਿਆ। ਔਰ ਜਿਹੜਾ ਅੱਜ ਅੱਧਾ ਪਜੰਦਾ ਕੋਈ ਹਜੇ ਪ੍ਰੋਪਰ ਇਹਦੇ ਵਿੱਚ ਜਿਹੜੀਆਂ ਅਮੈਂਡਮੈਂਟ ਸੀਗੀਆਂ ਅਗਰ ਵਾਕਈ ਇਹਨਾਂ ਨੇ ਦਿਲੋਂ ਕਰਨੀਆਂ ਹੁੰਦੀਆਂ ਤੇ ਜੋ ਆਲਰੇਡੀ ਜਿਹੜੀ ਸਾਡੀ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਦੇ ਵਿੱਚ ਆਲਰੇਡੀ ਪਾਸ ਹੋਈਆਂ ਨੇ, ਪੰਚਾਇਤੀ ਰਾਜਾਂ ਦੇ ਵਿੱਚ ਪਾਸ ਹੋਈਆਂ ਨੇ, ਉਹਨੂੰ ਹੀ ਅੱਗੇ ਇੰਪਲੀਮੈਂਟ ਕਰਕੇ ਤੇ ਇਹਨੂੰ ਅਮੈਂਡ ਕਰਵਾ ਦਿੰਦੇ। ਉਹਦੇ ਵਿੱਚ ਇੰਨੀ ਟਰਮ ਐਂਡ ਕੰਡੀਸ਼ਨ ਲਗਾਉਣ ਦੀ ਕੀ ਲੋੜ ਸੀਗੀ? ਔਰ ਅੱਜ 9 ਸਾਲ ਬਾਅਦ ਹੀ ਕਿਉਂ ਭਾਜਪਾ ਨੂੰ ਯਾਦ ਆਇਆ, ਜਿੱਥੇ ਆਲਰੇਡੀ ਇਲੈਕਸ਼ਨ ਸਾਡੇ ਸਿਰ ਤੇ ਨੇ। 9 ਸਾਲਾਂ ਦੇ ਵਿੱਚ ਇਹਨਾਂ ਦੇ ਹੀ ਭਾਜਪਾ ਦੇ ਮੁੱਖ ਮੰਤਰੀ ਜਿਹੜੇ ਇਹਨਾਂ ਦੇ ਯੋਗੀ ਆਦਿੱਤਿਆਨਾਥ ਜੀ ਨੇ, ਉਹ ਕਹਿੰਦੇ ਕਿ ਅਸੀਂ ਸਰਾਸਰ ਵਿਰੋਧ ਕਰਦੇ ਹਾਂ ਜੇ ਵੂਮਨ ਰਿਜ਼ਰਵੇਸ਼ਨ ਲਿਆਂਦੀ ਜਾਵੇਗੀ। ਹੁਣ ਅੱਜ ਮੋਦੀ ਜੀ ਨੇ ਉਹ ਗੱਲਾਂ ਲਿਆਂਦੀਆਂ ਅੱਗੇ। ਅਸੀਂ ਹੁਣ ਪੁੱਛਣਾ ਚਾਹੁੰਦੇ ਸੀ, ਟਵੀਟ ਵੀ ਕੀਤਾ ਕਿ ਅੱਜ ਯੋਗੀ ਆਦਿੱਤਿਆਨਾਥ ਜੀ ਜਿਹੜੇ ਯੂਪੀ ਦੇ ਭਾਜਪਾ ਦੇ ਮੁੱਖ ਮੰਤਰੀ ਨੇ, ਉਹ ਐਸੀ ਟਿੱਪਣੀਆਂ ਵੀ ਸੁਣਨ ਨੂੰ ਮਿਲੀਆਂ ਜਿੱਥੇ ਭਾਜਪਾ ਦੇ ਕਈ ਸਾਰੇ ਆਗੂਆਂ ਨੇ ਲੋਕ ਸਭਾ ਦੇ ਵਿੱਚ ਐਸੀਆਂ ਗੱਲਾਂ ਰੱਖੀਆਂ ਕਿ ਮੈਜੋਰਿਟੀ ਦੇ ਵਿੱਚ ਅਗਰ ਲੜਕੀਆਂ ਆ ਕੇ ਕੰਮ ਕਰਨਗੀਆਂ ਤੇ ਪਾਰਲੀਮੈਂਟ ਦੇ ਵਿੱਚ ਸਿਰਫ ਸੀਟੀਆਂ ਸੁਣਾਈ ਦੇਣਗੀਆਂ। ਇਹ ਕਿੰਨੀ ਸ਼ਰਮਨਾਕ ਜਿਹੜੀ ਹੈਗੀ ਸਟੇਟਮੈਂਟ ਹੈਗੀ ਹੈ। ਔਰ ਇਹ ਸੋਚ ਨਾਲ ਭਾਜਪਾ ਨੇ ਓਪੋਜੀਸ਼ਨ ਨੂੰ ਡਗਾਉਣ ਦੀ ਕੋਸ਼ਿਸ਼ਾਂ ਕੀਤੀਆਂ ਨੇ। ਹਥਿਆਰ ਬਣਾਇਆ ਗਿਆ ਵੂਮਨ ਰਿਜ਼ਰਵੇਸ਼ਨ ਦਾ, ਉਸ ਦਾ ਵਿਰੋਧ ਕੀਤਾ ਗਿਆ ਭਾਜਪਾ ਵੱਲੋਂ। ਔਰ ਅੱਜ ਇਹ ਕਹਿ ਰਹੇ ਨੇ ਕਿ ਅਸੀਂ ਬਿੱਲ ਪਾਸ ਕਰਵਾ ਰਹੇ ਹਾਂ, ਔਰ ਜਿਹੜਾ ਕਿ ਬਿਲਕੁਲ ਹੀ ਝੂਠਾ ਫੇਕ ਏਜੰਡਾ ਜੁਮਲਾ ਦਿੱਤਾ ਗਿਆ ਔਰ ਔਰਤਾਂ ਦੇ ਨਾਮ ਤੇ ਔਰਤਾਂ ਨੂੰ ਠੱਗਣ ਵਾਸਤੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਗਈਆਂ। ਔਰ ਮੈਂ ਸੁਣਦੀ ਸੀ ਜਿਹੜੇ ਇੱਥੇ ਹਾਂਜੀ ਜੀ ਥੈਂਕ ਯੂ ਟੀਨਾ ਜੀ। ਫਿਰ ਆਵਾਂਗੇ ਇਸ ਮੁੱਦੇ ਤੇ ਆਪਾਂ ਆਉਂਦੇ ਹਾਂ ਤੁਹਾਡੇ ਵੱਲ ਇਹਨਾਂ ਮਾਮਲਿਆਂ ਨੂੰ ਲੈ ਕੇ। ਪ੍ਰੋਫੈਸਰ ਮਨਜੀਤ ਸਿੰਘ, ਤੁਸੀਂ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਮਾਜਿਕ ਰਾਜਸੀ ਲਹਿਰਾਂ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਵੀ। ਜੇ ਆਪਾਂ ਦੇਖੀਏ ਕੌਮੀ ਪੱਧਰ ਤੇ ਵੀ ਮਹਿਲਾ ਰਾਖਵਾਂਕਰਨ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਹੈ। ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਚੌਕਟੇ 'ਚ ਰੱਖ ਕੇ ਸਾਰਾ ਕੁਝ ਜਾਂਚਿਆ ਜਾ ਰਿਹਾ ਹੈ? ਇਹ ਖੁਸ਼ੀ ਦਾ ਮੌਕਾ ਵੀ ਹੈ ਤੇ ਥੋੜਾ ਜਿਹਾ ਸ਼ਰਮਿੰਦਗੀ ਦਾ ਮੌਕਾ ਵੀ ਹੈ। ਖੁਸ਼ੀ ਦਾ ਤੇ ਇਹ ਹੈ ਕਿ ਵੀ 27 ਸਾਲ ਹੋ ਗਏ ਸੀਗੇ, ਬਾਰ-ਬਾਰ ਇਹ ਬਿੱਲ ਆਉਂਦਾ ਸੀਗਾ, ਬਾਰ-ਬਾਰ ਇਹ ਠੰਡੇ ਬਸਤੇ 'ਚ ਪੈ ਜਾਂਦਾ ਸੀਗਾ ਤੇ ਹੁਣ ਲੱਗਦਾ ਇਹ ਪਾਸ ਹੋ ਕੇ ਕਾਨੂੰਨ ਬਣ ਜਾਊਗਾ। ਔਰ ਔਰਤਾਂ ਨੂੰ ਇਹਦੇ 'ਚ ਖੁਸ਼ ਹੋਣਾ ਚਾਹੀਦਾ, ਸਮਾਜ ਨੂੰ ਵੀ ਖੁਸ਼ ਹੋਣਾ ਚਾਹੀਦਾ। ਸ਼ਰਮਿੰਦਗੀ ਦਾ ਮੌਕਾ ਇਸ ਕਰਕੇ ਹੈ ਕਿ ਅਸੀਂ 75 ਸਾਲ ਦੀ ਆਜ਼ਾਦੀ ਤੋਂ ਬਾਅਦ ਅਜੇ ਵੀ ਔਰਤ ਨੂੰ ਆਜ਼ਾਦ ਨਹੀਂ ਕਰ ਸਕੇ, ਬਰਾਬਰ ਤੇ ਨਹੀਂ ਲਿਆ ਸਕੇ। ਉਹਨਾਂ ਨੂੰ ਪੜ੍ਹਾਉਣਾ, ਉਹਨਾਂ ਨੂੰ ਲਿਖਾਉਣਾ, ਉਹਨਾਂ ਨੂੰ ਸਸ਼ਕਤ ਕਰਨਾ, ਉਹਨਾਂ ਨੂੰ ਪ੍ਰਾਪਰਟੀ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਬਣਾਉਣਾ, ਕਾਰੋਬਾਰ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਬਣਾਉਣਾ। ਤੇ ਸ਼ਰਮਿੰਦਗੀ ਹੀ ਹੈ ਕਿ ਸਾਨੂੰ 75 ਸਾਲਾਂ ਬਾਅਦ ਰਿਜ਼ਰਵੇਸ਼ਨ ਰਾਹੀਂ ਉਹਨਾਂ ਨੂੰ ਕੁਛ ਨਾ ਕੁਛ ਕੋਟੇ ਦੇ ਰਾਹੀਂ ਅੱਗੇ ਲਿਆਉਣਾ। ਜਿਵੇਂ ਕਿ ਕੋਈ ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਕੋਈ ਵਿਕਲਾਂਗ ਹੋਏ ਤੇ ਉਸ ਨੂੰ ਤੁਸੀਂ ਕਹਿੰਦੇ ਆ ਕਿ ਜਾਂ ਉਹਦੇ ਤੇ ਦਬਾਅ ਹੋਵੇ, ਉਹਨੂੰ ਅਲੱਗ ਰੱਖਿਆ ਹੋਵੇ, ਤਾਂ ਉਸ ਨੂੰ ਤੁਸੀਂ ਕਹਿੰਦੇ ਆ ਕਿ ਇਹਨੂੰ ਕੋਟਾ। ਸੌਰੀ ਵਿੱਚੋਂ ਟੋਕਣ ਲੱਗਿਆ। ਦੇਖੋ ਇਹ ਤਾਂ ਚਲੋ ਰਾਜਸੀ ਮੁੱਦਾ ਹੈ। ਇਹ ਦੇਸ਼ ਦਾ ਸਿਸਟਮ ਹੀ ਇਹ ਹੈ ਕਿ ਕਰੋੜਾਂ ਲੋਕੀ ਰਿਜ਼ਰਵੇਸ਼ਨ ਦੇ ਰਾਹੀਂ ਕਿਸੇ ਨੂੰ ਅਨਾਜ ਮਿਲ ਰਿਹਾ ਹੈ, ਕਿਸੇ ਨੂੰ ਨੌਕਰੀਆਂ ਮਿਲ ਰਹੀਆਂ, ਕਿਸੇ ਨੂੰ ਕੋਈ ਹੋਰ ਸਹੂਲਤਾਂ ਮਿਲ ਰਹੀਆਂ। ਸੋ ਇਸ ਕਰਕੇ ਜੇ ਰਿਜ਼ਰਵੇਸ਼ਨ ਔਰਤਾਂ ਦੀ ਗੱਲ ਬਿਲਕੁਲ ਸਹੀ ਹੈ, ਔਰਤਾਂ ਨੂੰ ਵੀ ਮਿਲ ਰਹੀ ਹੈ। ਦੇਸ਼ ਦਾ ਕਿਸਾਨੀ ਤੋਂ ਲੈ ਕੇ ਹਰ ਪੱਧਰ ਤੇ ਰਿਜ਼ਰਵੇਸ਼ਨ ਹੈ, ਹਰ ਪੱਧਰ ਤੇ ਰਿਜ਼ਰਵੇਸ਼ਨ। ਨਹੀਂ ਇਹ ਦੇਖੋ, ਰਿਜ਼ਰਵੇਸ਼ਨ ਦਾ ਇੱਕ ਟੈਂਪਰੇਰੀ ਫੇਜ਼ ਹੁੰਦਾ। 75 ਸਾਲ ਜਿਹੜੇ ਐਸਸੀ ਦੀ ਰਿਜ਼ਰਵੇਸ਼ਨ, ਐਸਟੀ ਦੀ ਰਿਜ਼ਰਵੇਸ਼ਨ, ਤੁਸੀਂ ਜਾਂ ਅੰਕੜੇ ਕੱਢ ਕੇ ਦੇਖ ਲਓ ਕਿ ਸਭ ਤੋਂ ਗਰੀਬ ਦੇਸ਼ ਦੇ ਵਿੱਚ ਕੌਣ ਆ, ਕਿਤੇ ਬਾਕੀ ਦੇ ਬਰਾਬਰ ਉਹ ਕਿੰਨੇ ਉੱਪਰ ਉੱਠੇ। ਤੁਸੀਂ ਅੰਕੜੇ ਕੱਢ ਕੇ ਦੇਖ ਲਓ ਕਿੰਨਾ ਤੇ ਸਭ ਤੋਂ ਵੱਧ ਤਸ਼ੱਦਦ ਅੱਜ ਹੁੰਦਾ, ਕਿੰਨਾ ਦੀ ਸਭ ਤੋਂ ਵੱਧ ਆਰਥਿਕ ਤੌਰ ਤੇ ਲੁੱਟ ਹੁੰਦੀ ਆ, ਸਮਾਜਿਕ ਤੌਰ ਤੇ ਉਹਨਾਂ ਨੂੰ ਨੀਵਾਂ ਦਿਖਾਇਆ ਜਾਂਦਾ। ਉਹ ਕੌਣ ਆ ਜਿਨ੍ਹਾਂ ਨੂੰ ਤੁਸੀਂ 75 ਸਾਲ ਦੀ ਰਿਜ਼ਰਵੇਸ਼ਨ ਦਿੱਤੀ ਆ। ਹੋਰ 75 ਸਾਲ ਤੁਸੀਂ ਔਰਤਾਂ ਦੀ ਰਿਜ਼ਰਵੇਸ਼ਨ ਦੇਖ ਲਿਓ, ਉਦੋਂ ਬਾਅਦ ਦੇਖ ਲਿਓ ਕਿ ਔਰਤ ਕਿੰਨੀ ਕਿ ਸਸ਼ਕਤ ਹੋ ਗਈ ਆ। ਤੁਸੀਂ ਕਰਨਾ ਨਹੀਂ ਚਾਹੁੰਦੇ। ਤੁਹਾਡੇ ਮਨ ਵਿੱਚ ਪੋਲੀਟੀਕਲ ਬੰਦਿਆਂ 'ਚ ਸਵਾਏ ਵੋਟਾਂ ਇਕੱਠੀਆਂ ਕਰਨ ਤੋਂ, ਬਟੋਰਨ ਤੋਂ ਹੋਰ ਕੋਈ ਏਜੰਡਾ ਹੈ ਨਹੀਂ। ਮੈਂ ਹੁਣ ਦੱਸ ਦਿੰਦਾ ਕਿ ਕੌਣ ਔਰਤਾਂ ਹੋਣਗੀਆਂ ਜਿਹੜੀਆਂ ਰਿਜ਼ਰਵੇਸ਼ਨ ਰਾਹੀਂ ਸੱਤਾ 'ਚ ਆਉਣਗੀਆਂ, ਪਾਰਲੀਮੈਂਟ 'ਚ ਆਉਣਗੀਆਂ ਜਾਂ ਅਸੈਂਬਲੀਆਂ ਦੇ ਵਿੱਚ ਆਉਣਗੀਆਂ। ਜਿਹੜੇ ਆਲਰੇਡੀ ਪਰਿਵਾਰ, ਜਿਹੜੇ ਰਾਜਨੀਤਿਕ ਪਰਿਵਾਰ ਆ, ਜਿਹੜੇ ਮਿਨਿਸਟਰ ਆ, ਜਿਹੜੇ ਚੀਫ ਮਿਨਿਸਟਰ ਆ, ਜਿਹੜੇ ਐਮਐਲਏ ਆ ਜਾਂ ਹੋਰ ਰਾਜਨੀਤਿਕ ਵੱਡੇ ਲੀਡਰ ਆ, ਉਹਨਾਂ ਦੀਆਂ ਬੀਵੀਆਂ, ਭੈਣਾਂ, ਧੀਆਂ ਉਹ ਆਉਣਗੀਆਂ। ਜੈਇੰਦਰ ਕੌਰ ਆ ਰਹੀ ਹੈ ਨਾ, ਹੁਣ ਕਹਿੰਦੇ ਕਿ ਪਾਰਲੀਮੈਂਟ 'ਚ ਖੜੀ ਹੋਊਗੀ, ਉਹਦੀ ਚਰਚਾ ਚੱਲ ਪਈ ਨਾ। ਉਹਨਾਂ ਦੀ ਮਾਂ ਜਿਹੜੀ ਸੀ ਉਹ ਪਾਰਲੀਮੈਂਟ ਦੇ ਵਿੱਚ ਸੀਗੀ, ਉਹਨਾਂ ਦਾ ਫਾਦਰ ਜਿਹੜਾ ਚੀਫ ਮਿਨਿਸਟਰ ਸੀਗਾ, ਉਹਨਾਂ ਦਾ ਫਾਦਰ ਉੱਥੇ ਪਾਰਲੀਮੈਂਟ ਵਿੱਚ। ਇਹੋ ਹੀ ਕੁਛ ਚੱਲੂਗਾ, ਕੁਣਬਾਵਾਦ ਚੱਲੂਗਾ, ਪਰਿਵਾਰਵਾਦ ਚੱਲੂਗਾ। ਤੁਸੀਂ ਇੱਕ ਸ਼ੁਕਰ ਕਰੋ ਥੋੜ੍ਹਾ ਜਿਹਾ ਕਿ ਤੀਜਾ ਹਿੱਸਾ SC ST ਦਾ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਰੱਖਿਆ ਗਿਆ, ਇੱਕ ਚੰਗੀ ਗੱਲ ਆ। ਪਰ ਉੱਥੇ ਵੀ
ਉਹਨਾਂ ਪਰਿਵਾਰਾਂ ਦੇ ਹੀ ਬੱਚੀਆਂ ਜਿਹੜੀਆਂ ਧੀਆਂ ਭੈਣਾਂ ਮਾਵਾਂ ਆਉਣਗੀਆਂ ਜਿਹੜੇ ਆਲਰੇਡੀ ਰਾਜਨੀਤੀ ਵਿੱਚ ਰਿਜ਼ਰਵੇਸ਼ਨ ਰਾਹੀਂ ਬੈਨੀਫਿਟ ਲੈ ਰਹੇ ਆ। ਇਸ ਲਈ ਆਮ ਔਰਤ ਦਾ ਕਿੰਨਾ ਕੁ ਸਸ਼ਕਤੀਕਰਨ ਹੋਊਗਾ, ਉਹ ਕੀ ਆਪਣੇ ਪੈਰਾਂ ਤੇ ਆਪ ਖੜੀ ਹੋ ਕੇ ਸਿਰ ਉੱਚਾ ਕਰਕੇ ਸਮਾਜ ਵਿੱਚ ਜੀਣ ਲਈ ਔਰ ਫੈਸਲੇ ਲੈਣ ਦੇ ਕਾਬਿਲ ਬਣੂਗੀ? ਇਸ ਗੱਲ ਦਾ ਜਵਾਬ ਤੇ ਤੁਸੀਂ ਜਦ ਤੱਕ ਐਜੂਕੇਸ਼ਨ ਨਹੀਂ ਦਿੰਦੇ, ਉਹਨਾਂ ਦਾ ਉਹਨਾਂ ਨੂੰ ਭਾਗੀਦਾਰੀ ਨਹੀਂ ਕਰਦੇ ਦੇਸ਼ ਦੇ ਵਿਕਾਸ ਵਿੱਚ, ਉਹ ਨਹੀਂ ਹੋ ਸਕਦਾ। ਰਿਜ਼ਰਵੇਸ਼ਨ ਇੱਕ ਤੁਹਾਨੂੰ ਰਾਜਨੀਤਿਕ ਲਾਹੇ ਲਈ ਤੇ ਟੂਲ ਜ਼ਰੂਰ ਹੋ ਸਕਦਾ। ਥੈਂਕ ਯੂ ਪ੍ਰੋਫੈਸਰ ਸੰਧਵਾਲੀ ਜੀ। ਇਸ ਮਾਮਲੇ ਤੇ ਆਪਾਂ ਜ਼ਿਕਰ ਕਰ ਦੇਖੋ, ਸਵਾਲ ਵਿਰੋਧੀ ਧਿਰਾਂ ਵੱਲੋਂ ਵੀ ਵੱਡੇ ਆ, ਜਿੱਦਾਂ ਟੀਨਾ ਚੌਧਰੀ ਨੇ ਕਿਹਾ ਕਿ 24 ਦੀਆਂ ਪਾਰਲੀਮੈਂਟ ਇਲੈਕਸ਼ਨ ਦੇ ਮੌਕੇ ਦੇ ਉੱਤੇ ਆ ਕੇ ਹੀ ਕਿਉਂ ਇਹ ਕੀਤਾ ਗਿਆ। ਉਹਨੇ ਕਿ ਚੋਣਾਂ ਦਾ ਇੱਕ ਜੁਮਲਾ ਹੈ, ਭਾਜਪਾ ਜਿਹੜੀ ਹੈਗੀ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਆ ਰਹੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਮੱਦੇਨਜ਼ਰ। ਇਹ ਵੀ ਹੈ ਨਾਲ ਕਿ ਜਦ ਤੱਕ ਜ਼ਮੀਨੀ ਹਕੀਕਤਾਂ ਨਹੀਂ ਬਦਲੀਆਂ ਜਾਣਗੀਆਂ, ਕੇਵਲ ਜਿਹੜਾ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾ ਦੇ ਅੰਦਰ ਰਾਖਵਾਂ ਕਰਨ ਦੇ ਨਾਲ ਔਰਤਾਂ ਦੀ ਜਿਹੜੀ ਸਮਾਜਿਕ ਰਾਜਸੀ ਜਾਂ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਕੋਈ ਬਦਲਾਅ ਹੋਣ ਦੀਆਂ ਤਬਦੀਲੀਆਂ ਹੋਣ ਦਾ ਚਾਂਸ ਬਹੁਤ ਘੱਟ ਹੈ। ਜੀ ਸੰਧਵਾਲੀਆ ਜੀ। ਦੇਖੋ ਸਿੱਧੂ ਸਾਹਿਬ, ਇਸ ਤਰ੍ਹਾਂ ਹੈ ਕਿ ਕਿਤੋਂ ਤੋਂ 27 ਸਾਲ ਤੋਂ ਉਹ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ ਸੀ। 27 ਵਰਿਆਂ ਬਾਅਦ ਇੱਕ ਇਨੀਸ਼ੀਏਟਿਵ ਲੈ ਕੇ ਉਹ ਇੱਕ ਬਿੱਲ ਨੂੰ ਲਿਆਂਦਾ ਗਿਆ। ਤੁਹਾਨੂੰ ਸਾਰਿਆਂ ਨੂੰ, ਅਸੀਂ ਸਭ ਅਖਬਾਰਾਂ ਪੜ੍ਹਨੇ ਆ, ਤੁਹਾਨੂੰ ਯਾਦ ਹੋ ਗਿਆ ਕਿ ਲਾਲੂ ਪ੍ਰਸਾਦ ਯਾਦਵ ਹੋਰ ਕਈ ਜਿਹੜੇ ਪੋਲੀਟੀਸ਼ੀਅਨ ਸਨ, ਉਹ ਬੜੀ ਵੈਮੈਂਟਲੀ ਇਹਨੂੰ ਅਪੋਜ਼ ਕਰਦੇ ਸਨ ਔਰ ਉਹ ਕਹਿੰਦੇ ਸਨ ਕਿ ਇਹ ਬਿੱਲ ਪਾਸ ਨਹੀਂ ਹੋਣਾ ਜੀ। ਔਰ ਮੈਂ ਸਮਝਦੀ ਹਾਂ ਕਿ ਕਾਫੀ ਪਾਰਟੀਆਂ ਨੇ ਇਹਦੇ ਹੱਕ ਦੇ ਵਿੱਚ ਵੀ ਕੋਸ਼ਿਸ਼ ਕੀਤੀ, ਕਟਿੰਗ ਅਕ੍ਰੋਸ ਪਾਰਟੀ ਲਾਈਨਸ। ਮੈਂ ਬਿਲਕੁਲ ਸਹਿਮਤ ਹਾਂ, ਜਿਵੇਂ ਮੈਂ ਸ਼ੁਰੂ 'ਚ ਹੀ ਕਿਹਾ ਕਿ ਰਾਜੀਵ ਗਾਂਧੀ ਇਸ ਬਿੱਲ ਨੂੰ ਲੈ ਕੇ ਆਏ ਸਨ। ਔਰ ਪਰ ਅੱਜ ਜੇ ਬੀਜੇਪੀ ਦੀ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ ਔਰ ਇੱਕ ਹਿਸਟੋਰਿਕ ਬਿੱਲ ਦੀ ਉਹਨੂੰ ਦੇ ਕੇ ਇੱਕ ਨਾਂ ਪਹਿਲੇ ਸੈਸ਼ਨ ਦੇ ਵਿੱਚ ਨਵੀਂ ਪਾਰਲੀਮੈਂਟ 'ਚ ਲਿਆ ਕੇ ਦਿੱਤਾ ਹੈ, ਉਹ ਇੱਕ ਬੜਾ ਵੱਡਾ ਆਨਰ ਹੈ ਔਰ ਇੱਕ ਬੜੀ ਵੱਡੀ ਕਮਿਟਮੈਂਟ ਲੱਗਦੀ ਹੈ ਕਿ ਹਾਂ ਅਸੀਂ ਔਰਤਾਂ ਲਈ ਬਿਲਕੁਲ ਰਿਜ਼ਰਵੇਸ਼ਨ ਕਰਾਂਗੇ। ਬਾਕੀ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਜਦੋਂ ਕਾਨੂੰਨ ਹੈ ਕਿ ਡੀਲਿਮਿਟੇਸ਼ਨ ਹੋਣੀ ਹੈ ਤੇ ਉਸ ਤੋਂ ਬਾਅਦ ਹੋਣਾ ਹੈ। ਤੇ ਠੀਕ ਹੈ ਕਿ ਐਜ਼ ਅ ਵੂਮਨ ਮੈਂ ਵੀ ਚਾਹਾਂਗੀ ਕਿ ਜੀ 2024 'ਚ ਹੀ ਲੱਗ ਜਾਣਾ ਚਾਹੀਦਾ ਹੈ। ਰੱਬ ਕਰੇ ਕਿ ਕੋਈ ਐਸਾ ਤਰੀਕਾ ਆਏ, ਸਭ ਪੋਲੀਟੀਕਲ ਪਾਰਟੀਜ਼ ਇਸ 'ਤੇ ਵੀ ਮੰਨ ਜਾਣ ਕੇ ਵੀ ਡੀਲਿਮਿਟੇਸ਼ਨ ਤੋਂ ਪਹਿਲਾਂ ਹੀ ਕਰ ਦਿਓ। ਪਰ ਜਿਹੜਾ ਸਿਸਟਮ ਜੇ ਪ੍ਰੋਟੋਕੋਲ ਫੋਲੋ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਨੇ ਨੇ ਉਹ ਕਰਕੇ ਤੇ ਕਾਨੂੰਨ ਪਾਸ ਹੋ ਰਿਹਾ, ਤੇ ਮੇਰਾ ਖਿਆਲ ਇਹਦੇ ਲਈ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਲਈ ਇੱਕ ਬਹੁਤ ਅੱਛਾ ਮੌਕਾ ਹੋਏਗਾ। ਇੱਕ ਸਵਾਲ ਜਿਹੜਾ ਬਿਲਕੁਲ ਇੱਕ ਅੱਛੇ ਮੌਕੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜੋ ਟੀਨਾ ਚੌਧਰੀ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਪਾਰਲੀਮੈਂਟ ਦੀ ਇਲੈਕਸ਼ਨ ਲੋਕ ਸਭਾ ਦੀ ਜਿਹੜੀ ਚੋਣ ਆ ਰਹੀ ਹੈ ਸ਼ਾਇਦ ਉਹਦੀ ਵਜ੍ਹਾ ਕਰਕੇ ਜਿਹੜਾ ਹੁਣ ਲਿਆਂਦਾ ਗਿਆ, ਨਹੀਂ ਤਾਂ ਹੋਰ ਵੀ ਇਹ ਮਾਮਲਾ ਲਟਕ ਸਕਦਾ ਸੀ, ਕਿਉਂਕਿ ਲਾਗੂ ਤਾਂ ਹੁਣ ਹੋਣਾ ਨਹੀਂ। ਉਹ ਕਹਿੰਦੇ ਇੱਕ ਵਾਰੀ ਬਿੱਲ ਲਿਆ ਕੇ ਕਮ ਸੇ ਕਮ ਇੱਕ ਹਮਦਰਦੀ ਇੱਕ ਵੱਡੇ ਹਿੱਸੇ ਦੀ ਲਈ ਜਾਏ ਕਿ ਅਸੀਂ ਤੁਹਾਡੇ ਲਈ ਆਹ ਕੁਝ ਕਰ ਰਹੇ ਹਾਂ। ਤੁਸੀਂ ਮੇਰੀ ਭੈਣ ਟੀਨਾ ਦੀ ਇਹ ਗੱਲ ਵੀ ਸੁਣੀ ਹੋਏਗੀ ਔਰ ਕਿ ਇਹਨਾਂ ਨੇ ਹਾਫ ਹਾਰਟਡ ਲੈ ਕੇ ਆਂਦਾ ਹੈ। ਮੇਰਾ ਖਿਆਲ ਔਰਤਾਂ ਬੜੀਆਂ ਅਸੀਂ ਇੰਟੈਲੀਜੈਂਟ ਹੁੰਦੀਆਂ ਜੀ ਸਿੱਧੂ ਸਾਹਿਬ, ਐਸੀ ਗੱਲ ਨਹੀਂ ਹੈ ਕਿ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡਾ ਬੇਵਕੂਫ ਬਣਾਇਆ ਜਾ ਰਿਹਾ, ਕਿ ਸਾਨੂੰ ਕ੍ਰੈਡਿਟ ਦਿੱਤਾ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਔਰ ਬਿਲਕੁਲ ਮੋਦੀ ਸਾਹਿਬ ਦਾ ਡ੍ਰੀਮ ਸੀ ਕਿ ਔਰਤਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਔਰ 2024 'ਚ ਕੀ ਨਤੀਜੇ ਹੁੰਦੇ ਨੇ ਕੀ ਨਹੀਂ ਹੁੰਦਾ, ਉਹਨਾਂ ਨੇ ਇਹ ਠਾਣਿਆ ਹੋਇਆ ਸੀ ਆਪਣੇ ਮਨ 'ਚ ਕਿ ਨਵੇਂ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਜਿਹੜਾ ਜ਼ਰੂਰ ਪਾਸ ਹੋਣਾ ਜੀ। ਟੀਨਾ ਚੌਧਰੀ, ਜਿਸ ਮੁੱਦੇ ਦਾ ਤੁਸੀਂ ਕਮੈਂਟ ਕਰ ਰਹੇ ਸੀਗੇ, ਸੰਧਵਾਲੀ ਦਾ ਕਹਿਣਾ ਕਿ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠਾਣਿਆ ਹੋਇਆ ਸੀ ਕਿ ਹੁਣ ਪਾਰਲੀਮੈਂਟ 'ਚ ਲੈ ਕੇ ਆਉਣਾ, ਇਹਦਾ ਕੋਈ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਕਿ ਅਗਲੇ ਨਤੀਜੇ ਕੀ ਆਉਣ ਵਾਲੇ ਹੈ। ਮੈਂ ਤਾਂ ਉਹੀ ਕਹਿਣਾ ਚਾਹਾਂਗੀ ਕਿ 2017 ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਸੌਰੀ 2019 ਦੇ ਵਿੱਚ ਜਦੋਂ ਭਾਜਪਾ ਨੇ ਦੁਬਾਰਾ ਤੋਂ ਇਲੈਕਸ਼ਨ ਲੜਨੇ ਸੀਗੇ, ਉਸ ਵੇਲੇ ਮਹਿਲਾਵਾਂ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਉਦੋਂ ਵੀ ਕੀਤੀ ਗਈ ਸੀ, ਉਹ 2014 ਦੇ ਵਿੱਚ ਵੀ ਕੀਤੀ ਗਈ ਸੀ, ਜਿੱਥੇ ਇਹਨੂੰ ਅਮੈਂਡ ਕਰਨਾ ਜਾਂ ਫਿਰ ਇਹਨੂੰ ਇੰਪਲੀਮੈਂਟ ਕਰਨਾ ਇਹਨਾਂ ਦੇ ਸਾਰੇ ਵੱਲੋਂ ਇਹ ਸਾਰੇ ਦਾਅਵੇ ਕੀਤੇ ਗਏ ਸੀ। ਮੈਨੀਫੈਸਟੋ ਦੇ ਵਿੱਚ ਸੀਗਾ ਕਿ ਵੂਮਨ ਰਿਜ਼ਰਵੇਸ਼ਨ ਲੈ ਕੇ ਆਵਾਂਗੇ, ਇਹ ਮੈਨੀਫੈਸਟੋ ਦਾ ਇੱਕ ਰਿਕਾਰਡ ਸੀਗਾ। ਪਰ ਉਹ ਦੋਨਾਂ ਜਦੋਂ ਜਿੰਨੀ ਵਾਰੀ ਵੀ ਇਲੈਕਸ਼ਨ ਲੜੇ, ਉਹ ਦੋਨਾਂ ਦੇ ਵਿੱਚ ਇਹ ਪਾਸ ਨਹੀਂ ਕੀਤਾ ਗਿਆ, ਨਾ ਹੀ ਉਹਦੀ ਕੋਈ ਗੱਲ ਛੇੜੀ ਗਈ। ਜਦੋਂ ਤੁਹਾਡੀ ਪਾਰਟੀ ਦੇ ਵਿੱਚ ਮੈਨੀਫੈਸਟੋ ਦਾ ਇੱਕ ਪਾਰਟ ਹੋਵੇ, ਉਸ ਚੀਜ਼ ਨੂੰ ਤੁਸੀਂ ਆਪਣੀ ਸਰਕਾਰ ਦੇ ਟਾਈਮ ਤੇ ਉਹਨੂੰ ਇਮੈਂਟ ਹੀ ਨਾ ਕਰ ਸਕੋ ਜਾਂ ਇੰਪਲੀਮੈਂਟ ਹੀ ਨਾ ਕਰ ਸਕੋ, ਤੇ ਸਰਕਾਰ ਤੇ ਕੁਐਸਚਨ, ਆਪੋਜੀਸ਼ਨ ਤੇ ਕੁਐਸਚਨ ਪੁੱਛੇਗੀ ਕਿ ਮੈਨੀਫੈਸਟੋ ਦਾ ਪਾਰਟ ਹੋਣ ਦੇ ਬਾਵਜੂਦ ਵੀ ਅੱਜ ਤੁਸੀਂ 2024 ਦੇ ਵਿੱਚ ਲਾਂਚ ਕਰਨ ਦੀ ਸੋਚ ਰਹੇ ਹੋ ਜਾਂ ਅਮੈਂਡ ਕਰਨ ਦੀ ਸੋਚ ਰਹੇ ਹੋ, ਤਾਂ ਉਹ ਵੀ ਅੱਧਾ ਅਧੂਰਾ ਕੀਤਾ ਨਹੀਂ ਗਿਆ ਹਜੇ। ਉਹ ਪਤਾ ਸਾਨੂੰ ਕਿ ਇੰਨੀ ਜਲਦੀ ਨਾ ਕੋਈ ਡਿਲੀਮਿਟੇਸ਼ਨ ਹੋਣੀ ਹੈ, ਨਾ ਸੈਂਸਸ ਚੈੱਕ ਹੋਣਾ, ਕੁਝ ਨਹੀਂ ਹੋਣਾ।
2024 ਦੇ ਇਲੈਕਸ਼ਨ ਆਲਰੇਡੀ ਸਿਰ ਤੇ ਨੇ। ਇਹ ਤੇ ਆਬਵੀਅਸ ਜੀ ਗੱਲ ਹੈ 2029 ਤੋਂ ਪਹਿਲਾਂ ਸਾਰੀਆਂ ਚੀਜ਼ਾਂ ਚੈੱਕਆਊਟ ਨਹੀਂ ਹੋ ਸਕਦੀਆਂ। ਅਗਰ ਤੇ ਇਹ ਚੀਜ਼ ਹੋ ਸਕਦੀ ਸੀ, ਅਗਰ ਦਿਲੋਂ ਚਾਹੁੰਦੇ ਤੇ ਇਹ ਜਿਸ ਤਰੀਕੇ ਦੇ ਨਾਲ ਕਾਨੂੰਨ ਬਿੱਲ ਲਿਆਂਦਾ ਗਿਆ, ਕਿਸਾਨ ਬਿੱਲ, ਜਿਹੜੇ ਲਿਆਂਦੇ ਗਏ 3 ਕਾਲੇ ਕਾਨੂੰਨ ਜਿਹਦੇ ਵਿੱਚ ਸਾਡੇ ਕਿਸਾਨਾਂ ਭਰਾਵਾਂ ਨੇ ਇੰਨੀਆਂ ਸ਼ਹਾਦਤਾਂ ਦੇ ਦਿੱਤੀਆਂ, ਉਸ ਤੋਂ ਬਾਅਦ 370 ਢਾਈ ਗਏ। ਮੈਂ ਤਾਂ ਬਾਰ-ਬਾਰ ਕਹਿ ਰਹੀ ਹਾਂ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਇੰਨੀ ਸੋਚ ਦਾ ਨਹੀਂ ਸਾਹਮਣਾ ਕਰਨਾ ਪਿਆ। ਰਾਤੋਂ ਰਾਤ ਹੀ ਬਿੱਲ ਜਿੱਦਾਂ ਹੈਗਾ ਸਿੱਧਾ ਲਾਂਚ ਕਰਕੇ ਤੁਸੀਂ ਸਪੈਸ਼ਲ ਸੈਸ਼ਨਸ ਬੁਲਾ ਕੇ ਤੁਸੀਂ ਇਹ ਅਨਾਉਂਸ ਕੀਤੇ ਹੈਗੇ, ਤੇ ਵੂਮਨ ਦੇ ਵਿੱਚ ਜਿਹੜਾ ਤੁਹਾਡਾ ਮੈਨੀਫੈਸਟੋ ਦਾ ਪਾਰਟ ਸੀ ਉਹਨੂੰ ਤੁਸੀਂ ਇਗਨੋਰ ਕਰ ਦਿੱਤਾ। ਔਰ ਅੱਜ ਦੋਨੋਂ ਟਾਈਮ 2014 ਦੇ ਵਿੱਚ ਵੀ ਔਰ 2019 ਦੇ ਵਿੱਚ ਵੀ ਨਹੀਂ ਕੀਤਾ ਪਏਗਾ ਕਿ ਇਗਨੋਰ ਕੀਤਾ ਗਿਆ ਟੋਟਲੀ, ਔਰ ਜੁਮਲਾ ਦਿੱਤਾ ਗਿਆ ਵੂਮਨ ਦੇ ਨਾਮ ਤੇ। ਔਰ ਔਰਤਾਂ ਨੂੰ ਠੱਗਣ ਵਾਲੀ ਗੱਲ ਹੈ, ਸਿੱਧੀ ਗੱਲ ਹੈ। ਮੈਂ ਪਾਰਟੀ ਦੇ ਬੇਸਿਸ ਤੇ ਗੱਲ ਕਰ ਰਹੀ ਹਾਂ ਕਿ ਪਾਰਟੀ ਨੇ ਜੋ ਡਿਸੀਜਨ ਲਿਆ ਸਾਡੀ ਔਰਤਾਂ ਨੂੰ, ਜੋ ਆਲਰੇਡੀ ਇੰਨਾ ਕੁਝ ਫੇਸ ਕਰਦੀਆਂ ਨੇ, ਸੋਸ਼ਲ ਸਟਿਗਮਾ ਉਹਨਾਂ ਤੇ ਲੱਗ ਜਾਂਦਾ ਹੈ, ਜਾਂ ਫਿਰ ਸੁਸਾਇਟੀ ਦੇ ਵਿੱਚ ਵੂਮਨਸ ਨੂੰ ਇੰਨੀ ਜਲਦੀ ਮੌਕਾ ਨਹੀਂ ਮਿਲਦਾ ਕੰਮ ਕਰਨ ਦਾ, ਕਈ ਵਾਰੀ ਫੈਮਿਲੀ ਸਪੋਰਟ ਨਹੀਂ ਕਰਦੀ, ਕਈ ਵਾਰੀ ਸੁਸਾਇਟੀ ਦੀ ਗੱਲਾਂ ਸੁਣ ਕੇ ਲੋਕੀ ਡਰਦੇ ਨੇ ਵੂਮਨ ਨੂੰ ਕੱਢਣ ਲਈ ਬਾਹਰ। ਉਸ ਤੋਂ ਪਹਿਲਾਂ ਹੀ ਸਰਕਾਰ ਨੇ ਜਦੋਂ ਇਦਾਂ ਦੀਆਂ ਗੱਲਾਂ ਕਰੇਗੀ, ਜਿੱਥੇ 2024 ਦੇ ਤੋਂ ਪਹਿਲਾਂ ਹੀ ਅਗਰ ਇਹ ਚੀਜ਼ ਹੋ ਜਾਂਦੀ ਤੇ ਸ਼ਾਇਦ ਅਸੀਂ ਵੀ ਇਹਨਾਂ ਨੂੰ ਸਪੋਰਟ ਕਰਦੇ, ਅਸੀਂ ਵੀ ਖੁਸ਼ ਹੁੰਦੇ ਕਿ ਇਹ ਚੀਜ਼ ਵਾਕਈ ਭਾਜਪਾ ਨੇ ਕਰਕੇ ਦੱਸੀ ਹੈ। ਪਰ ਜੋ ਬਿੱਲ 'ਚ ਲਿਖਿਆ ਉਹ ਤਾਂ ਅਸੀਂ ਦੱਸਾਂਗੇ, ਉਹ ਤਾਂ ਸਿਰਫ ਅੱਧਾ ਅਧੂਰਾ ਹੈਗਾ, ਉਹ ਤਾਂ ਤੁਸੀਂ ਕੀਤਾ ਹੀ ਨਹੀਂ ਪੂਰਾ। ਔਰ ਮੈਂ ਤਾਂ ਕਹਾਂਗੀ ਕਿ ਹੱਦ ਪਾਰ ਨਹੀਂ ਕਰਨੀ ਚਾਹੀਦੀ ਪਾਰਟੀ ਨੂੰ। ਅਗਰ ਕਰਨਾ ਸੀ ਬਿੱਲ ਤੇ ਉਹੀ ਜਿਹੜਾ ਪਹਿਲਾਂ ਕਾਂਗਰਸ ਦੇ ਟਾਈਮ ਤੇ ਰਾਜੀਵ ਗਾਂਧੀ ਨੇ ਜੋ ਲਿਆਂਦਾ ਸੀਗਾ, ਉਹੀ ਬਿੱਲ ਨੂੰ ਅਲੱਗ ਇਨੀਸ਼ੀਏਟਿਵ ਕਰਕੇ ਉਹਨੂੰ ਪਾਸ ਕਰ ਦੇਣਾ ਸੀਗਾ। ਇਹ 'ਚ ਤੇ ਵੱਡਾ ਕੋਈ ਕੰਮ ਹੀ ਨਹੀਂ ਸੀਗਾ, ਇਹ 'ਚ ਕਰਨਾ ਹੀ ਨਹੀਂ ਸੀਗਾ ਹੋਰ ਵੱਡਾ ਕੰਮ। ਤੇ ਬੜੇ ਈਜ਼ੀਲੀ ਤਰੀਕੇ ਨਾਲ ਇਹ ਕੰਮ ਕੀਤਾ ਜਾ ਸਕਦਾ, ਜਿੱਥੇ ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਇੱਥੇ ਅਣਗਹਿਲੀਆਂ ਕੀਤੀਆਂ ਗਈਆਂ। ਓਕੇ, ਥੈਂਕ ਯੂ। ਇਸ ਮਾਮਲੇ ਤੇ ਗੱਲ ਆ ਗਈ, ਤੁਹਾਡੇ ਵਿਊ ਪੁਆਇੰਟ ਆ ਗਿਆ। ਮਨਕਾ ਜੀ, ਇਸ ਮਾਮਲੇ ਤੇ ਆਪਾਂ ਜ਼ਿਕਰ ਕਰ ਰਹੇ, ਦੇਖੋ ਇੱਕ ਸਵਾਲ ਇਹ ਵੀ ਹੈ ਜਿੱਦਾਂ ਟੀਨਾ ਚੌਧਰੀ ਉਹਨਾਂ ਨੇ ਇੱਕ ਆਪਣਾ ਵਿਊ ਪੁਆਇੰਟ ਹੈ ਕਿ ਅੱਧਾ ਅਧੂਰਾ ਲੈਂਦਾ ਗਿਆ ਔਰਤਾਂ ਦੇ ਨਾਲ, ਇਸ ਤਰ੍ਹਾਂ ਵੀ ਜਿਵੇਂ ਇੱਕ ਤਰ੍ਹਾਂ ਦਾ ਇਲੈਕਸ਼ਨ ਦੇ ਮੱਦੇਨਜ਼ਰ ਠੱਗੀ ਵਾਲੀ ਗੱਲ ਕੀਤੀ ਹੈ। ਪਰ ਕਿਸੇ ਇੱਕ ਦੂਜਾ ਐਂਗਲ ਵੀ ਹੈ, ਬਿੱਲ ਪਾਸ ਹੋਣ ਦੇ ਨਾਲ, ਐਕਟ ਬਣਨ ਦੇ ਨਾਲ ਲੱਗਦਾ ਨਹੀਂ ਇੱਕ ਵੱਡੀ ਤਬਦੀਲੀ ਵਿਧਾਨ ਸਭਾ ਦੇ ਅੰਦਰ, ਪਾਰਲੀਮੈਂਟ ਦੇ ਅੰਦਰ ਜਿਹੜਾ ਯੁਵਾ ਫੇਸਿਸ ਹੈਗੇ, ਨੌਜਵਾਨ ਵਰਗ ਹੈਗਾ, ਉਹਨਾਂ ਨੂੰ ਵੀ ਇੱਕ ਮੌਕਾ ਮਿਲੇਗਾ, ਇੱਕ ਜਿਹੜੀ ਖੜੋਤ ਹੈ ਉਹ ਟੁੱਟੇਗੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਸੀ। ਨਹੀਂ ਦੇਖੋ, ਮੈਂ ਫਿਰ ਉਹੀ ਆਪਾਂ ਗੱਲ ਕਰਾਂਗੇ ਵੀ ਜੋ ਮਤਲਬ ਪਾਰਲੀਮੈਂਟ 'ਚ ਖੜੋਤ ਬਣੀ ਹੈ ਜਾਂ ਜੋ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ, ਪਰ ਜਿਨ੍ਹਾਂ ਨੂੰ ਮਿਲਿਆ ਹੋਇਆ ਇਸ ਟਾਈਮ, ਉਹ ਵੀ ਜਿਹੜੀ ਸਮਾਜ ਦੀ ਮਤਲਬ ਲੋਕ ਨੇ, ਆਮ ਲੋਕ ਨੇ, ਉਹਨਾਂ ਵਾਸਤੇ ਕਿੰਨਾ ਕੁਝ ਹੋ ਰਿਹਾ ਹੈ। ਜਦੋਂ ਆਪਾਂ ਗੱਲ ਕਰੀਏ ਵੀ ਇਹਨਾਂ ਨੇ ਕਿਹਾ ਵੀ ਠਾਣ ਰੱਖੀ ਸੀ ਮੋਦੀ ਜੀ ਨੇ ਵੀ ਆਪਾਂ ਇਹ ਬਿੱਲ ਲੈ ਕੇ ਆਉਣਾ ਹੈ ਨਾ, ਪਰ ਜਦੋਂ ਕੁੜੀਆਂ ਨਾਲ ਹਰ ਰੋਜ਼ ਹਰ 15 ਮਿੰਟ ਬਾਅਦ ਬਲਾਤਕਾਰ ਹੁੰਦੇ ਹੈ, ਜਦੋਂ ਮਤਲਬ ਕੁਲਦੀਪ ਸਿੰਘ ਵਾਲੇ ਦੇ ਅੱਗੇ ਦਰਿੰਦਿਆਂ ਦੇ ਹੱਕ ਵਿੱਚ ਰੈਲੀਆਂ ਕੱਢੀਆਂ ਜਾਂਦੀਆਂ ਹੈ, ਜਦੋਂ ਬ੍ਰਿਜ ਭੂਸ਼ਣ ਵਰਗੇ ਗੁੰਡੇ ਨੂੰ ਮਤਲਬ ਬਚਾਇਆ ਜਾਂਦਾ ਹੈ, ਇੱਕ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਉਦੋਂ ਸਾਰੇ ਵਾਅਦੇ ਕਿੱਥੇ ਜਾਂਦੇ ਆ, ਉਦੋਂ ਸਾਰੇ ਇਰਾਦੇ ਕਿੱਥੇ ਜਾਂਦੇ ਆ। ਮਤਲਬ ਇਰਾਦਾ ਤਾਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਵੀ ਸੀਗਾ, ਪਰ ਅੱਜ ਆਪਣੇ ਸਰਕਾਰੀ ਸਕੂਲਾਂ ਦੀ ਆ ਹਾਲਤ ਹੈ ਵੀ ਅਲੱਗ ਵਾਸ਼ਰੂਮਸ ਨਾ ਹੋਣ ਕਰਕੇ ਕੁੜੀਆਂ ਨੂੰ ਜਿਹੜੀ ਐਡਮਿਸ਼ਨ ਉਹ ਛੱਡ ਦਿੰਦੀਆਂ ਨੇ। ਮਤਲਬ ਕੁੱਲ ਜਿਹੜੀ ਆਪਾਂ ਵੇਖ ਲਈਏ ਤੇ ਆ ਜਿਹੜੀ ਇੱਕ ਆਪਾਂ ਗੱਲ ਕਰਨੇ ਆ ਵੀ ਮੰਨ ਲਓ ਔਰਤਾਂ ਦੀ ਰਿਜ਼ਰਵੇਸ਼ਨ ਹੋ ਗਈ ਤਾਂ ਔਰਤਾਂ ਦੇ ਮਸਲੇ ਹੱਲ ਹੋ ਜਾਣਗੇ, ਜਾਂ ਆਈਡੈਂਟੀਟੀ ਪੋਲੀਟਿਕਸ ਜਿਹੜੀ ਹੁੰਦੀ ਹੈ। ਹੁਣ ਆਪਾਂ ਜਿਵੇਂ ਰਾਸ਼ਟਰਪਤੀ ਦੀ ਗੱਲ ਕੀਤੀ, ਉਹ ਔਰਤ ਹੋਣ ਦੇ ਨਾਲ ਆਦੀਵਾਸੀ ਵੀ ਨੇ, ਤਾਂ ਕੀ ਅੱਜ ਜਿਹੜੇ ਆਦੀਵਾਸੀਆਂ ਦੀ ਲੁੱਟ ਹੈ ਉਹ ਉਹਨਾਂ 'ਚ ਕਿੰਨਾ ਕੁ ਫਰਕ ਪਿਆ, ਉਲਟਾ ਵਧੀ ਹੈ ਉਹ ਵੀ। ਅੱਜ ਵੀ ਉਹਨਾਂ ਦੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ, ਉਹਨਾਂ ਉੱਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਵੈਂਡਾਟਾਰਗੀਆਂ ਜਾਂ ਹੋਰ ਵੱਡੇ ਵੱਡੇ ਸਰਮਾਏਦਾਰੀ ਦੇ ਉਹਨਾਂ ਦੇ ਰਿਸੋਰਸਿਸ ਲੁੱਟ ਰਹੀਆਂ ਨੇ, ਉਹਨਾਂ ਪਿੱਛੇ ਕੀ ਕੀਤਾ ਜਾ ਰਿਹਾ ਹੈ। ਮਤਲਬ ਤੁਸੀਂ ਚਿਹਰਾ ਕੋਈ ਵੀ ਲਿਆਓ, ਜਦੋਂ ਤੱਕ ਤੁਹਾਡੀ ਪਿੱਛੇ ਸੋਚ ਉਹ ਲੁੱਟਣ ਵਾਲੀ ਹੈ, ਉਹ ਆਮ ਲੋਕਾਂ ਨੂੰ ਅੱਗੇ ਵਧਾਉਣ ਲਈ ਨਹੀਂ ਹੈਗੀ। ਤੇ ਖਾਸ ਕਰਕੇ ਬੀਜੇਪੀ ਦੀ ਤਾਂ ਵੈਸੇ ਵੀ ਉਹਨਾਂ ਦੀ ਜਿਹੜੀ ਮਨੂਵਾਦੀ RSS ਉਹਨਾਂ ਦੇ ਲੀਡਰ ਸਮੇਂ-ਸਮੇਂ ਤੇ ਅਜੇ ਬਿਆਨ ਦਿੰਦੇ ਰਹਿੰਦੇ, ਜਿਹਨਾਂ ਤੋਂ ਆਪਾਂ ਪਤਾ ਚੱਲਦਾ ਹੈ ਵੀ ਉਹਨਾਂ ਦੀ ਕਿਹੋ ਸੋਚ ਹੈ। ਤਾਂ ਉਹ ਤਾਂ ਕੋਈ ਜ਼ਮੀਨੀ ਪੱਧਰ ਤੇ ਕੋਈ ਬਦਲਾਅ ਇਸ ਬਿੱਲ ਨਾਲ ਆਉਣ ਨਹੀਂ ਵਾਲਾ। ਜੀ ਥੈਂਕ ਯੂ ਸੰਧਵਾਲੀ ਜੀ। ਜਵਾਬ ਇਸ ਮਾਮਲੇ ਤੇ ਦੇਖੋ, ਟੀਨਾ ਚੌਧਰੀ ਨੇ ਵੀ ਕਿਹਾ ਕਿ ਜੋ ਬਿੱਲ ਲਿਆਂਦਾ ਗਿਆ ਇਸ ਮੌਕੇ ਤੇ ਲੱਗਦਾ ਕਿ ਔਰਤਾਂ ਨੂੰ ਠੱਗਣ ਵਾਲੀ ਗੱਲ ਜਿਹੜੀ ਹੈ। ਦੂਜੀ ਗੱਲ ਜਿੱਦਾਂ ਮਨਕਾ ਜੀ ਨੇ ਇਹ ਗੱਲ ਕਹੀ ਆ, ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਜਦ ਤੱਕ ਬੁਨਿਆਦੀ ਤਬਦੀਲੀਆਂ ਨਹੀਂ ਆਉਂਦੀਆਂ, ਔਰਤਾਂ ਦੇ ਬਲਾਤਕਾਰ ਦੀ ਗੱਲ ਹੈ, ਉਹਨਾਂ ਨਾਲ ਜ਼ਿਆਦਤੀਆਂ ਦੀ ਗੱਲ ਹੈ, ਜਦ ਤੱਕ ਜ਼ਮੀਨੀ ਹਕੀਕਤਾਂ ਤਬਦੀਲੀ ਨਹੀਂ ਆਏਗੀ, ਕੇਵਲ ਸੱਤਾ ਦੇ ਵਿੱਚ ਜਿਹੜਾ ਰਾਖਵਾਂ ਕਰਨ ਦੇ ਨਾਲ ਔਰਤਾਂ ਦੀ ਜ਼ਿੰਦਗੀ ਸਮਾਜਿਕ ਤੌਰ ਤੇ, ਰਾਜਸੀ ਤੌਰ ਤੇ ਉਹਨਾਂ ਦਾ ਸੁਧਾਰ ਨਹੀਂ ਹੋ ਸਕਦਾ। ਸਿੱਧੂ ਸਾਹਿਬ, ਕੁਛ ਹੱਦ ਤੱਕ ਮੈਂ ਆਪਣੀਆਂ ਦੋਨੋਂ ਭੈਣਾਂ ਦੇ ਨਾਲ ਸਹਿਮਤ ਹਾਂ, ਕਿਉਂਕਿ ਮੈਂ ਇੱਕ ਔਰਤ ਹਾਂ, ਔਰ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਅਸੀਂ ਇੱਕ ਬੜਾ ਮੇਲ ਡੋਮੀਨੇਟਡ
ਸੁਸਾਇਟੀਆਂ ਔਰ ਉਹਦੇ ਵਿੱਚ ਜਿੰਨਾ ਚਿਰ ਬਦਲਾਅ ਨਹੀਂ ਆਂਦਾ, ਭਾਵੇਂ ਉਹ ਮਰਦ ਕਾਂਗਰਸ ਦਾ ਹੈ, ਭਾਵੇਂ ਉਹ ਮਰਦ ਅਕਾਲੀ ਦਲ ਦਾ ਹੈ, ਭਾਵੇਂ ਉਹ ਮਰਦ ਕਮਿਊਨਿਸਟ ਪਾਰਟੀ ਦਾ ਹੈ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੈ। ਮੈਂ ਐਜ਼ ਅ ਜਰਨਲਿਸਟ ਤੁਹਾਨੂੰ ਪਤਾ ਹੈ ਕਾਂਗਰਸ 'ਚ ਵੀ ਕੰਮ ਕੀਤਾ ਹੈ, ਅਕਾਲੀ ਦਲ 'ਚ ਵੀ ਕੰਮ ਕੀਤਾ, ਹੁਣ BJP 'ਚ ਕੰਮ ਕਰਨੀ ਹੈ। ਇਹ ਜਿਹੜੀ ਮੇਲ ਸਾਈਕੋਲੋਜੀ ਹੈ ਔਰ ਸਪੈਸ਼ਲੀ ਨਾਰਥ ਇੰਡੀਅਨ ਮੇਲ ਦੀ ਜਿਹੜੀ ਸਾਈਕੋਲੋਜੀ ਹੈ ਕਿ ਔਰਤ ਨੂੰ ਡੋਮੀਨੇਟ ਕਰਕੇ ਰੱਖਣਾ, ਉਹਦੇ ਵਿੱਚ ਔਰਤਾਂ ਮੈਂ ਸਮਝਦੀ ਹਾਂ ਕਿ ਬਹੁਤ ਹੀ ਸਾਡੀਆਂ ਬੀਬੀਆਂ ਬਹੁਤ ਬਹਾਦਰ ਨੇ ਕਿ ਇਹੋ ਜਿਹੇ ਓਪਰੈਸਿਵ ਸਰਕਮਸਟੈਂਸਿਸ ਦੇ ਵਿੱਚ ਵੀ ਅਸੀਂ ਅੱਗੇ ਸਕੂਲਾਂ 'ਚ ਗਈਆਂ ਵਾਂ, ਕਾਲਜਸ 'ਚ ਗਈਆਂ ਵਾਂ, ਆਪਣਾ ਨਾਂ ਬਣਾਇਆ ਹੈ, ਘਰਾਂ ਨੂੰ ਵੀ ਸਾਂਭਿਆ ਹੈ ਔਰ ਥੋੜਾ ਜਿਹਾ ਵੀ ਮੌਕਾ ਮਿਲੇ, ਸਾਨੂੰ ਥੋੜੀ ਜਿਹੀ ਵੀ ਥਾਂ ਮਿਲੇ ਤੇ ਅਸੀਂ ਬੀਬੀਆਂ ਆਪਣੇ ਲਈ ਬਹੁਤ ਵੱਡੀ ਥਾਂ ਬਣਾਉਂਦੀਆਂ ਵਾਂ। ਬਾਕੀ ਮੈਨੂੰ ਇਹ ਬੜੀ ਉਮੀਦ ਹੈ, ਮੈਂ ਇੱਕ ਆਪਟਿਮਿਸਟਿਕ ਹਾਂ ਕਿ ਜੇ ਕੱਲ੍ਹ ਨੂੰ ਜ਼ਿਆਦਾ ਭੈਣਾਂ ਮੇਰੀਆਂ ਪਾਰਲੀਮੈਂਟ 'ਚ ਬੈਠਣਗੀਆਂ, ਭਾਵੇਂ ਉਹ ਕਿਸੇ ਦੀ ਧੀ ਹੋਣ, ਭਾਵੇਂ ਉਹ ਕਿਸੇ ਪੋਲੀਟੀਸ਼ੀਅਨ ਦੀ, ਮੈਂ ਸਰਦਾਰ ਸਾਹਿਬ ਨਾਲ ਵੀ ਸਹਿਮਤ ਹਾਂ ਕਿ ਪੋਲੀਟੀਕਲ ਫੈਮਲੀਜ਼ ਤੋਂ ਜਿਹੜੀਆਂ ਬੀਬੀਆਂ ਹੋਣਗੀਆਂ, ਜਿਨ੍ਹਾਂ ਦੇ ਭੈਣ ਭਰਾ ਜਾਂ ਜਿਹਨਾਂ ਦੇ ਫਾਦਰਸ MPs ਹੋਣਗੇ, ਉਹ ਨਹੀਂ ਹੋਣਾ ਚਾਹੀਦਾ। ਮੈਂ ਪਰਸਨਲ ਓਪੀਨੀਅਨ ਮੇਰੀ ਇਹ ਹੈ ਕਿ ਨਹੀਂ ਹੋਣਾ ਚਾਹੀਦਾ, ਪਰ ਮੈਂ ਕੋਈ ਬਹੁਤ ਵੱਡੀ ਨਹੀਂ ਆ ਪਾਰਟੀ 'ਚ ਕਿ ਮੈਂ ਇਹ ਡਿਸੀਜਨ ਲਵਾਂ। ਆਮ ਔਰਤ ਨੂੰ ਜਿਹੜੀ ਪੋਲੀਟਿਕਸ 'ਚ ਇੰਟਰਸਟ ਰੱਖਦੀ ਹੈ ਉਹਨੂੰ ਅੱਗੇ ਆਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਔਰ ਬੜੀ ਉਮੀਦ ਹੈ ਕਿ ਜਦੋਂ ਅਸੈਂਬਲੀਜ਼ 'ਚ ਬੈਠਣਗੀਆਂ, ਪਾਰਲੀਮੈਂਟ 'ਚ ਬੈਠਣਗੀਆਂ, ਉਹ ਜ਼ਰੂਰ ਆਪਣੀਆਂ ਮੁਸੀਬਤਾਂ ਔਰ ਆਪਣੇ ਮਸਲਿਆਂ ਨੂੰ ਸੋਚ ਕੇ ਕੋਈ ਨਾ ਕੋਈ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨ। ਜੀ ਪ੍ਰੋਫੈਸਰ ਕਿੰਨੀ ਕੁ ਵੱਡੀ ਤਬਦੀਲੀ ਦੀ ਗੱਲ ਕਰਦੇ ਹਨ? ਦੇਖੋ ਮਨਕਾਉਣਾ ਦਾ ਕਹਿਣਾ ਕਿ ਜਦ ਤੱਕ ਬੁਨਿਆਦੀ ਤਬਦੀਲੀਆਂ ਨਹੀਂ ਆਉਂਦੀਆਂ ਤਦ ਤੱਕ ਕੁਝ ਵੀ ਨਹੀਂ ਬਦਲ ਸਕਦਾ, ਕੇਵਲ ਸੱਤਾ ਦੇ ਵਿੱਚ ਰਾਖਵੇਂ ਕਰਨ ਦੇ ਨਾਲ। ਇਸ ਤਰ੍ਹਾਂ ਪਾਰਲੀਮੈਂਟ ਦੇ ਨੇੜੇ ਆ ਕੇ ਇਸ ਬਿੱਲ ਨੂੰ ਲਿਆਉਣ ਦਾ ਮਾਮਲਾ ਵੀ ਇੱਕ ਵੱਡਾ ਵਿਰੋਧੀ ਤਰ੍ਹਾਂ ਦਾ ਚਰਚਾ ਦਾ ਕਾਰਨ ਬਣਿਆ ਹੋਇਆ। ਮੈਂ ਸੰਧਾ ਵਾਲੀਆ ਜੀ ਨਾਲ ਬੜਾ ਮਤਲਬ ਮੈਨੂੰ ਖੁਸ਼ੀ ਹੋਈ ਹੈ ਕਿ ਇੱਕ BJP ਦੇ ਇਹੋ ਜਿਹੇ ਕੋਈ ਸਪੋਕਸ ਪਰਸਨ ਵੀ ਹੈ ਜਿਹੜੇ ਸਪੀਡ ਨੂੰ ਸਪੀਡ ਕਹਿੰਦੇ ਆ। ਮੈਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦਿੰਦਾ। ਦੂਸਰੀ ਗੱਲ ਹੈ ਕਿ ਦੇਖੋ ਮਾਨਸਿਕਤਾ ਤੇ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੋਟਿਸ ਲੈਣ ਵਾਲੀ ਗੱਲ ਹੈ। ਨਵੇਂ ਪਾਰਲੀਮੈਂਟ ਦਾ ਉਦਘਾਟਨ ਹੁੰਦਾ ਜਿਹਦੇ 'ਚ ਹੁਣ ਬਿਲਡਿੰਗ ਦੇ ਵਿੱਚ ਗਏ ਆ ਭਾਈ, ਉਹਨੂੰ ਰਾਸ਼ਟਰਪਤੀ ਸਾਰੀ ਅਪੋਜੀਸ਼ਨ ਉਹਦਾ ਬਾਈਕਾਟ ਇਸ ਲਈ ਕਰ ਗਈ ਕਿ ਤੁਸੀਂ ਰਾਸ਼ਟਰਪਤੀ ਸਾਡੀ ਮਹਿਲਾ ਤੇ ਸਾਡੀ ਆਦੀਵਾਸੀ ਰਾਸ਼ਟਰਪਤੀ ਆ, ਉਹਦੇ ਰਾਹੀਂ ਇਹਦਾ ਇਨੈਗੂਰੇਸ਼ਨ ਕੀਤਾ ਜਾਏ ਜਾਂ ਉਹਨੂੰ ਨਾਲ ਰੱਖ ਕੇ ਅੱਗੇ ਰੱਖ ਕੇ ਕੀਤਾ ਜਾਏ। ਕਿਹਨੇ ਛੱਡਿਆ? ਕਿਹੜੀ ਇਹ ਪਾਰਟੀ ਦੀ ਕਮਿਟਮੈਂਟ ਸੀ ਔਰਤਾਂ ਪ੍ਰਤੀ? ਭਈ ਕਿਹੜਾ ਰਾਤੋਂ ਰਾਤੀ ਇੱਥੇ ਹਿਰਦੇ ਪਰਿਵਰਤਨ ਹੋ ਗਿਆ? ਭੁੱਲ ਜਾਓ, ਗੱਲ ਪੁਰਾਣੀ ਹੋ ਗਈ। ਨਵੀਂ ਗੱਲ ਹੁਣ ਦੀ ਲੈ ਲਓ। ਪਾਰਲੀਮੈਂਟ ਦੀ ਪੁਰਾਣੀ ਬਿਲਡਿੰਗ 'ਚੋਂ ਜਿਹਨੂੰ ਸੰਵਿਧਾਨਿਕ ਸਦਨ ਕਹਿਣ ਦਾ ਨਾਮ ਪ੍ਰਧਾਨ ਮੰਤਰੀ ਨੇ ਦਿੱਤਾ, ਜਦੋਂ ਮਾਰਚ ਕਰਕੇ ਨਵੀਂ ਬਿਲਡਿੰਗ 'ਚ ਗਏ ਆ, ਕਿਹੜੇ ਚੌਧਰੀ ਅੱਗੇ ਸੀਗੇ? ਮੈਂ ਹੁਣ ਮੇਰੇ ਕੋਲ ਕੱਲੇ ਦਾ ਨਾਂ ਨਾ ਲਵਾਓ। ਉਹਦੇ 'ਚ ਰਾਜਨਾਥ ਸੀਗਾ, ਉਹਦੇ 'ਚ ਗਡਕਰੀ ਸੀਗੇ, ਉਹਦੇ 'ਚ ਸਭ ਤੋਂ ਅੱਗੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦੇ ਨਾਲ JP ਨੱਡਾ ਸੀਗਾ, ਹੋਰ ਵੱਡੇ ਚੌਧਰੀ ਅੱਗੇ ਤੁਰੇ ਜਾਂਦੇ ਸੀਗੇ 56 ਇੰਚ ਵਾਲੀ ਛਾਤੀ ਲੈ ਕੇ। ਇੱਕ ਵੀ ਔਰਤ ਅੱਗੇ ਨਹੀਂ ਸੀ। ਸ਼ਰਮ 'ਚ ਡੁੱਬਣਾ ਚਾਹੀਦਾ। ਕਿਉਂ ਨਹੀਂ ਸੀ ਵੀ ਔਰਤਾਂ ਨਾਲ ਅੱਗੇ ਲੈ ਕੇ ਚੱਲੇ? ਕਿਉਂ ਨਹੀਂ ਉੱਥੇ ਰਾਸ਼ਟਰਪਤੀ ਨੂੰ ਨਾਲ ਲੈ ਕੇ ਚੱਲੇ? ਕਿਉਂ ਨਹੀਂ ਵਿਰੋਧੀ ਪਾਰਟੀ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਆਪਣੀ ਬਗਲ 'ਚ ਨਾਲ ਲੈ ਕੇ ਚੱਲੇ? ਇਹ ਡੈਮੋਕ੍ਰੇਸੀ ਹੈ, ਇਹ ਸਾਰਿਆਂ ਦਾ ਸਾਂਝਾ ਸਦਨ ਆ, ਇਹ ਸਾਰਿਆਂ ਦੀ ਸਾਂਝੀ ਪਾਰਲੀਮੈਂਟ ਆ। ਨਹੀਂ ਕੋਈ ਇਹੋ ਜਿਹੀ ਪਰਵਾਹ। ਕੌਣ ਆਪਣੇ ਆਪ ਨੂੰ ਦਾਦਾ ਸਮਝਦੇ ਆ, ਚੌਧਰੀ ਸਮਝਦੇ ਆ, ਜਿਵੇਂ ਇਹ ਰਾਜੇ ਆ ਕਿ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮਿਨਿਸਟਰ ਹੈਗੇ ਆ। ਇਹ ਆਪਣੇ ਆਪ ਨੂੰ ਰਾਜੇ ਸਮਝਦੇ ਆ ਤੇ ਰਾਜੇ ਦੇ ਬਰਾਬਰ ਕੋਈ ਹੋਰ ਨਹੀਂ ਹੁੰਦਾ। ਇਹ ਬੜੀ ਅਫਸੋਸ ਵਾਲੀ ਗੱਲ ਆ। ਦੂਸਰੀ ਗੱਲ, ਮੇਰੀਆਂ ਇਹਨਾਂ ਬੀਬੀਆਂ ਭੈਣਾਂ ਨੂੰ ਸਲਾਹ ਆ, ਜੇ ਤੁਸੀਂ ਸੱਚੀ ਮੁੱਚੀ ਇਹੋ ਜਿਹੀ ਰਿਜ਼ਰਵੇਸ਼ਨ ਰਾਹੀਂ ਸਸ਼ਕਤ ਹੋਣਾ ਤੇ ਔਰਤਾਂ ਦੀ ਪਾਰਟੀ ਬਣਾ ਲਓ ਅਲੱਗ। ਤੁਹਾਨੂੰ ਤਾਂ ਇਹਨਾਂ ਨੇ ਛੱਡਣਾ ਹੀ ਨਹੀਂ। ਜੋ ਇਹਨਾਂ ਦੇ ਬੰਦਿਆਂ ਦੇ ਫੈਸਲੇ ਹੋਣਗੇ ਉਹ ਤੁਸੀਂ ਉਹਨਾਂ ਦੀ ਇੱਥੇ ਟੀਵੀਆਂ ਤੇ ਆ ਕੇ ਡਿਫੈਂਡ ਕਰਦੇ ਰਹੋਗੇ, ਉਹਨਾਂ ਦੀ ਬੋਲੀ ਬੋਲੋਗੇ। ਉਹਨਾਂ ਤੁਹਾਡੀ ਜ਼ਿੰਦਗੀ ਦੀ ਬੋਲੀ ਤੁਹਾਨੂੰ ਨਹੀਂ ਬੋਲਣ ਦੇਣੀ। ਇਸੇ ਕਰਕੇ ਮੈਂ ਬੜਾ ਖੁਸ਼ ਹਾਂ, ਜਿਵੇਂ ਮੈਂ ਕਮੈਂਟ ਕੀਤਾ ਸੀ ਕਿ ਸੰਧਾ ਵਾਲੀਆਂ ਨੇ ਹਿੰਮਤ ਕਰਕੇ ਕਿਹਾ ਕਿ ਹਾਂ ਸਾਡੇ ਐਜ਼ ਔਰਤ ਵੀ ਮਸਲੇ ਆ ਪਾਰਟੀਆਂ ਨਾਲੋਂ ਅਲੱਗ। ਜੇ ਤੁਸੀਂ ਕਰਨਾ, ਨਹੀਂ ਤੇ ਜਿੰਨੀ ਰਿਜ਼ਰਵੇਸ਼ਨ ਦਲਿਤਾਂ ਦੀ ਹੋਈ ਆ, ST ਦੀ ਹੋਈ ਆ, ਉਹਦੇ 'ਚ ਕਿਉਂ ਨਹੀਂ ਉਹਨਾਂ ਨੂੰ ਕੋਈ ਫਾਇਦਾ ਮਿਲਦਾ? ਕਿਉਂਕਿ ਉਹ ਅਲੱਗ-ਅਲੱਗ ਪਾਰਟੀਆਂ 'ਚ ਵੰਡੇ ਹੋਏ ਆ। ਜੋ ਪਾਰਟੀ ਫੈਸਲਾ ਕਰਦੀ ਆ ਉਹ ਮੈਜੋਰਿਟੀ ਦੂਜੇ ਕਿਸਮ ਦਾ ਫੈਸਲਾ ਕਰਦੀ ਆ। ਉਹਨਾਂ ਤੱਕ ਉਹ ਰਾਹਤ ਕਦੀ ਸਸ਼ਕਤ ਕਰਨ ਦਾ ਪਹੁੰਚਦੀ ਹੀ ਨਹੀਂ। ਥੈਂਕ ਯੂ ਵੈਰੀ ਮਚ। ਸੰਧਾ ਵਾਲੀ ਜੀ, ਇੱਕ ਛੋਟਾ ਜਿਹਾ ਜਵਾਬ ਤੁਹਾਡੇ ਕੋਲ। ਜੋ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ, ਉਹਨਾਂ ਨੇ ਜਿਸ ਤਰੀਕੇ ਦੀ ਆਪਣੀ ਸੋਚ ਹੈਗੀ ਆ, ਉਹਨਾਂ ਨਵੇਂ ਭਵਨ ਦੀ ਗੱਲ ਕੀਤੀ ਹੈ, ਸੰਸਦ ਭਵਨ, ਜਿੱਥੇ ਜਾ ਕੇ ਹੁਣ ਸ਼ੁਰੂ ਹੋਇਆ ਨਵਾਂ ਸੈਸ਼ਨ ਜਿਹੜਾ ਹੈਗਾ, ਉਹਦੇ 'ਚ ਕਿੰਨੇ ਕੁ ਔਰਤਾਂ ਨੂੰ ਅੱਗੇ ਰੱਖ ਕੇ ਚੱਲਿਆ ਗਿਆ।
ਸਾਰੇ ਉਹੀ ਚਿਹਰੇ, ਮਰਦ ਪ੍ਰਧਾਨ ਸਮਾਜ। ਜਦ ਤੱਕ ਇਹ ਸੋਚ ਨਹੀਂ ਟੁੱਟੇਗੀ, ਉਹ ਕਹਿੰਦੇ ਤਦ ਤੱਕ ਜਿੰਨੇ ਮਰਜ਼ੀ ਚਾਹੇ ਬਿੱਲ ਲਿਆਓ, ਐਕਟ ਬਣਾ ਲਓ, ਇਹ ਤਬਦੀਲੀ ਨਹੀਂ ਆ ਸਕਦੀ ਹੈ ਤਬਦੀਲੀ। ਸੰਧਾ ਵਾਲੀਆ ਜੀ, ਮੈਂ ਕੀ ਕਹਾਂ ਜੀ ਕਿ ਮੈਂ ਸਮਝਦੀ ਹਾਂ ਕਿ ਸ਼ਾਇਦ ਥੋੜੀ ਜੀ ਸੈਂਸਿਟਿਵਿਟੀ ਜ਼ਰੂਰ ਵਿਖਾਣੀ ਚਾਹੀਦੀ ਸੀ, ਕਿਸੇ ਸੀਨੀਅਰ MP ਔਰਤਾਂ ਨੂੰ ਨਾਲ ਲੈ ਕੇ ਜਾਣਾ ਜ਼ਰੂਰ ਚਾਹੀਦਾ ਸੀ। ਇਹ ਅਣਗਹਿਲੀ ਹੋ ਗਈ ਹੈ। ਵੱਡਾ ਜਵਾਬ, ਬਹੁਤ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ। ਟੀਨਾ ਚੌਧਰੀ ਜੀ, ਇਸ ਮਾਮਲੇ ਦੀ ਆਪਾਂ ਸਮਾਜ ਦੀ ਗੱਲ ਕਰਦੇ, ਜੋ ਪ੍ਰਸਮਜੀਤ ਸਿੰਘ ਉਹਨਾਂ ਨੇ ਸਵਾਲ ਉਠਾਇਆ। ਸਵਾਲ ਇਹ ਹੈਗਾ ਕਿ ਚਾਹੇ ਕਾਂਗਰਸ ਹੈ, ਭਾਜਪਾ ਹੈ, ਅਕਾਲੀ ਦਲ ਹੈ, ਤਦ ਤੱਕ ਮਰਦ ਉਸ ਸੋਸਾਇਟੀ 'ਚ ਸਮਾਜ 'ਚ ਡੋਮੀਨੇਟ ਕਰਦੇ ਹੈ। ਕੋਈ ਰਿਜ਼ਰਵੇਸ਼ਨ ਬਣਾ ਲਓ, ਜਿੱਦਾਂ ਆਪਾਂ ਪੰਚਾਇਤਾਂ ਦੀ ਗੱਲ ਕੀਤੀ ਹੈ, ਕਿਸੇ ਮੁੱਦੇ ਨਾਲ ਜਿਹੜਾ ਹੈਗਾ ਰਾਖਵਾਂਕਰਨ ਕਰਾ ਲਓ। ਜਦ ਤੱਕ ਮਾਨਸਿਕਤਾ ਨਹੀਂ ਬਦਲੇਗੀ, ਕੇਵਲ ਰਾਖਵਾਂਕਰਨ ਦੇ ਨਾਲ ਔਰਤਾਂ ਅੱਗੇ ਨਹੀਂ ਆ ਸਕਦੀਆਂ ਜਾਂ ਆਪਣੀ ਅਹਿਮ ਭੂਮਿਕਾ ਨਹੀਂ ਨਿਭਾ ਸਕਦੀਆਂ। ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਟੀਨਾ ਚੌਧਰੀ ਜੀ? ਇਸ ਚੀਜ਼ ਇਹ ਗਰਾਊਂਡ ਰਿਐਲਿਟੀ ਹੈਗੀ ਆ ਕਿ ਵੂਮਨ ਨੂੰ ਪੋਲਿਟਿਕਸ ਦੇ ਵਿੱਚ ਕੋਈ ਇੰਨੀ ਜਲਦੀ ਅਸੈਪਟ ਨਹੀਂ ਕਰਦਾ। ਰੀਜ਼ਨ ਬਿਹਾਈਂਡ ਬਹੁਤ ਸਾਰੇ ਇਹਦੇ ਵਿੱਚ ਰੀਜ਼ਨਸ ਹੁੰਦੇ ਨੇ। ਕਿਆ ਵੂਮਨ ਨੂੰ ਫੈਮਿਲੀ ਦੀ ਸਪੋਰਟ ਹੈਗੀ ਹੈ ਜਾਂ ਨਹੀਂ ਹੈਗੀ ਹੈ? ਕਿਆ ਵੂਮਨ ਜਿਹੜੀ ਹੈਗੀ ਹੈ ਗੱਲ ਕਰਨ ਵਾਸਤੇ ਪ੍ਰਸ਼ਾਸਨ ਲਈ ਲੜ ਸਕਦੀ ਹੈ ਜਾਂ ਨਹੀਂ ਲੜ ਸਕਦੀ ਹੈ? ਬੜੇ ਸਾਰੇ ਚੈਲੰਜਸ ਫੇਸ ਕਰਨੇ ਪੈਂਦੇ ਨੇ। ਇਹ ਤੇ ਵੂਮਨ ਦਾ ਜਿਹੜਾ ਹਿਸਟਰੀ ਦੇਖਿਆ ਜਾਏ ਤਾਂ ਉਹ ਘਰ ਤੋਂ ਹੀ ਸ਼ੁਰੂ ਹੁੰਦਾ। ਸਭ ਤੋਂ ਪਹਿਲਾਂ ਕੋਈ ਵੂਮਨ ਕਦੀ ਕਿਤੇ ਘਰੋਂ ਬਾਹਰ ਨਿਕਲਣ ਲੱਗਦੀ ਹੈ ਜਾਂ ਕਿਤੇ ਜਾਣਾ ਹੁੰਦਾ, ਸਾਡੇ ਘਰੋਂ ਹੀ ਆਵਾਜ਼ਾਂ ਆਉਂਦੀਆਂ ਨੇ ਪਿੱਛੋਂ, ਇਹਦੇ ਨਾਲ ਚੱਲੀ ਆ, ਕਿੱਥੇ ਚੱਲੀ ਆ, ਕਦੋਂ ਤੱਕ ਵਾਪਸ ਆਏਂਗੀ, ਤੇਰੇ ਨਾਲ ਕੋਈ ਚੱਲਿਆ ਜਾਂ ਨਹੀਂ ਚੱਲਿਆ। ਇਹ ਤੇ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੈ। ਸਭ ਤੋਂ ਪਹਿਲਾਂ ਸਾਡੀ ਵੂਮਨਸ ਨੂੰ ਤਾਂ ਘਰੋਂ ਅਪਬ੍ਰਿੰਗਿੰਗ ਇਸ ਤਰ੍ਹਾਂ ਦੀ ਦਿੱਤੀ ਗਈ ਹੈ। ਸੁਸਾਇਟੀ ਤੇ ਦਾਗ ਅਸੀਂ ਬਾਅਦ ਚ ਲਗਾਵਾਂਗੇ। ਸਾਡੇ ਘਰ ਦਾ ਕੀ ਮਾਹੌਲ ਹੈ? ਕਿਆ ਅੱਜ ਵੀ ਅਸੀਂ ਘਰ ਦੀਆਂ ਔਰਤਾਂ ਨੂੰ ਇਕੱਲੇ ਕਿਤੇ ਬਾਹਰ ਜਾਣ ਦਿੰਦੇ ਆ ਜਾਂ ਨਹੀਂ ਜਾਣ ਦਿੰਦੇ? ਇਹਦੇ ਵਿੱਚ ਹਾਂ ਜਾਂ ਨਾ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਕਿਆ ਸਾਡੇ ਘਰ ਦੇ ਲੋਕ ਸਾਡੀ ਵੂਮਨਸ ਨੂੰ ਰਿਸਪੌਂਸਿਬਿਲਿਟੀਜ਼ ਹੈਂਡਲ ਕਰਨ ਵਾਸਤੇ ਕੈਪੇਬਲ ਸਮਝਦੇ ਆ ਕਿ ਨਹੀਂ ਸਮਝਦੇ? ਇਹ ਤੇ ਸਾਡੇ ਘਰੋਂ ਸਵਾਲ ਉੱਠਦਾ ਸਭ ਤੋਂ ਪਹਿਲਾਂ, ਸੁਸਾਇਟੀ ਦੇ ਬਾਅਦ ਚ। ਜਦੋਂ ਘਰ ਦੇ ਸਪੋਰਟ ਕਰਦੇ ਨੇ ਵੂਮਨ ਨੂੰ, ਉਹ ਸਭ ਤੋਂ ਸਟਰੋਂਗ ਲੇਡੀ ਮੇਰੇ ਖਿਆਲ, ਮੇਰੀ ਪਰਸਨਲ ਓਪੀਨੀਅਨ ਹੈ। ਇਫ ਯੂਰ ਫੈਮਿਲੀ ਇਜ਼ ਵਿਦ ਯੂ, ਸਪੋਰਟਿੰਗ ਯੂ, ਤਾਂ ਦੁਨੀਆ ਦੀ ਹਰ ਕੋਈ ਵੀ ਚੀਜ਼ ਆ ਉਹ ਹਾਸਲ ਕਰ ਸਕਦੀ ਹੈ। ਮੈਨੂੰ ਤੇ ਇਹ ਲੱਗਦਾ। ਔਰ ਮੇਰੇ ਖਿਆਲ ਦੇ ਵਿੱਚ ਵੂਮਨ ਉਦੋਂ ਸਟਰੋਂਗ ਹੋਏਗੀ ਜਦੋਂ ਖੁਦ ਸੁਸਾਇਟੀ ਦੇ ਵਿੱਚ ਵਿਚਰ ਕੇ ਆਪਣੀ ਕੈਪੇਬਿਲਿਟੀ ਨੂੰ ਖੁਦ ਆਪਣੇ ਦਮ ਤੇ ਸ਼ੋਅ ਕਰ ਪਾਏਗੀ। ਪੋਲਿਟਿਕਸ ਤੇ ਇੱਕ ਐਸੀ ਚੀਜ਼ ਹੈ, ਕੋਈ ਕਿਸੇ ਨੂੰ ਕੁਰਸੀ ਨਹੀਂ ਦਿੰਦਾ। ਇਟਸ ਨਾਟ ਓਨਲੀ ਫॉर द ਵੂਮਨ, ਇਹ ਮਰਦ ਲਈ ਵੀ ਓਨੀ ਹੀ ਇਕੁਅਲ ਚੀਜ਼ ਹੈਗੀ। ਉਹਨਾਂ ਹੀ ਕਸ਼ਟ, ਉਹਨਾਂ ਨੂੰ ਸੰਘਰਸ਼ ਉਹਨਾਂ ਹੀ ਕਰਨਾ ਪੈਂਦਾ। ਕਿ ਅੱਜ ਕਿਸੇ ਵੀ ਸਟੇਜ ਤੇ ਚੜ੍ਹਨਾ ਹੋਵੇ, ਕੋਈ ਵੀ ਗੱਲ ਹੋਵੇ, ਤੇ ਮਰਦਾਂ ਨੂੰ ਵੀ ਨਹੀਂ ਚੜ੍ਹਿਆ ਜਾਣ ਦਿੰਦਾ ਤੇ ਔਰਤਾਂ ਨੂੰ ਵੀ ਨਹੀਂ ਚੜ੍ਹਿਆ ਜਾਣ ਦਿੰਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਬਟ ਯੈਸ, ਡਿਸੀਜਨ ਮੇਕਰ ਸਾਡੀ ਪਾਰਟੀ ਦੇ ਵਿੱਚ ਇੰਦਰਾ ਗਾਂਧੀ ਜੀ ਬਹੁਤ ਵੱਡੀ ਐਗਜ਼ਾਮਪਲ ਨੇ। ਉਹਨਾਂ ਨੇ ਸਾਡੇ ਦੇਸ਼ ਨੂੰ ਚਲਾਇਆ, ਉਹ ਪਹੁੰਚੇ ਉੱਥੇ, ਕੰਮ ਕਰਕੇ ਦਿਖਾਇਆ, ਬਹੁਤ ਕੁਝ ਕੀਤਾ ਉਹਨਾਂ ਨੇ। ਔਰ ਅੱਜ ਐਸੇ ਉਹਨਾਂ ਨੇ ਕੰਮ ਕੀਤੇ। ਸਾਡੇ ਇਸਰੋ ਵਰਗੇ ਜਿਹੜੇ ਅੱਜ ਸਾਡਾ ਦੇਸ਼ ਚੰਦਰਮਾ ਤੇ ਪਹੁੰਚ ਗਿਆ, ਇਹ ਵੀ ਉਹਨਾਂ ਦੀ ਦੇਣ ਸੀ। ਜਵਾਹਰ ਲਾਲ ਨਹਿਰੂ ਜੀ ਨੇ ਇਹਦੀ ਸ਼ੁਰੂਆਤ ਕੀਤੀ ਸੀ। ਉਸ ਟਾਈਮ ਤੇ ਸਪੇਸ ਤੇ ਪਹੁੰਚੇ ਸੀ ਅਸੀਂ, ਹੁਣ ਅਸੀਂ ਚੰਦਰਮਾ ਤੇ ਪਹੁੰਚ ਗਏ ਹਾਂ। ਇਹ ਵੀ ਉਹਨਾਂ ਦੀ ਹੀ ਦੇਣ ਹੈ। ਸੋ ਮੈਨੂੰ ਲੱਗਦਾ ਹੈ ਕਿ ਕੈਪੇਬਿਲਿਟੀ ਨੂੰ ਕ੍ਰੀਏਟ ਕਰਨ ਵਾਸਤੇ ਵੂਮਨ ਨੂੰ ਆਪ ਇਨੀਸ਼ੀਏਟਿਵ ਲੈਣਾ ਪਏਗਾ। ਅਗਰ ਅਸੀਂ ਕਿਸੇ ਤੇ ਡਿਪੈਂਡ ਹੋ ਕੇ ਕੰਮ ਕਰਾਂਗੇ, ਸਾਨੂੰ ਕੋਈ ਸਪੇਸ ਨਹੀਂ ਦੇਣ ਵਾਲਾ। ਮੇਰੀ ਇਹ ਪਰਸਨਲ ਥਿੰਕਿੰਗ ਹੈ। ਬਾਕੀ ਜੋ ਬਾਕੀਆਂ ਨੇ ਕਿਹਾ, ਮੈਨੂੰ ਬਿਲਕੁਲ ਉਹਨਾਂ ਦੀ ਵੀ ਗੱਲਾਂ ਠੀਕ ਲੱਗੀਆਂ ਨੇ। ਮਿਲਣਾ ਚਾਹੀਦਾ, ਅਧਿਕਾਰ ਮਿਲਣਾ ਚਾਹੀਦਾ, ਦੇਣਾ ਚਾਹੀਦਾ। ਇੱਕ ਐਗਜ਼ਾਮਪਲ ਬਹੁਤ ਵਧੀਆ ਦਵਾਂਗੀ। If somebody is not giving you a table and chair to sit, then women need to create your own table and chair, which I personally feel. So ਉਹਦੇ ਲਈ ਅਸੀਂ ਲੱਗੇ ਹੋਏ ਹਾਂ। ਬਹੁਤ ਅੱਛੇ। ਮੈਂ ਕਿਹਾ ਇਸ ਮਾਮਲੇ ਤੇ ਮੈਂ ਤੁਹਾਡੇ ਤੋਂ ਜ਼ਰੂਰ ਸਵਾਲ ਲਵਾਂਗਾ ਜੋ ਟੀਨਾ ਚੌਧਰੀ ਨੇ ਗੱਲ ਕੀਤੀ ਹੈ, ਕਿਉਂਕਿ ਲੱਗਦਾ ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਪੀੜ੍ਹੀ ਜੀ, ਜਿਸ ਤਰ੍ਹਾਂ ਟੀਨਾ ਚੌਧਰੀ ਨੇ ਕਿਹਾ, ਜੋ ਆਪਣੇ ਤੌਰ ਤੇ ਆਪਣੇ ਪੈਰਾਂ ਤੇ ਆਪ ਖੜੇ ਹੋਈ, ਆਪਣਾ ਰਾਹ ਆਪ ਬਣਾਏਗੀ ਸੋਸਾਇਟੀ ਦੇ ਅੰਦਰ, ਤਾਂ ਸ਼ਾਇਦ ਜਿਸ ਰਾਖਵੇਂਕਰਨ ਦੀ ਗੱਲ ਕਰਦੇ ਹਾਂ, ਉਹਨੂੰ ਨਵੀਂ ਪੀੜ੍ਹੀ ਉਹਨੂੰ ਇੰਪਲੀਮੈਂਟ ਵੀ ਸਹੀ ਢੰਗ ਨਾਲ ਲਾਗੂ ਕਰਵਾ ਸਕੇਗੀ। ਬਿਲਕੁਲ, ਕੁੜੀਆਂ ਨੂੰ ਇਸ ਟਾਈਮ ਮਤਲਬ ਅੱਗੇ ਆਉਣਾ ਚਾਹੀਦਾ ਹੈ ਤੇ ਆਪਦੀ ਜਿਹੜੀ ਲੜਾਈ ਹੈ ਉਹ ਲੜਨੀ ਚਾਹੀਦੀ ਹੈ ਮੂਹਰੇ ਹੋ ਕੇ। ਪਰ ਨਾਲ ਇਹ ਵੀ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਸਮਾਜ ਦੀ ਗੱਲ ਕਰਨੇ ਆ, ਔਰਤਾਂ ਨੂੰ ਦਬਾਉਣ ਦੀ ਜਿਹੜੀ ਸੋਚ ਹੈ, ਪਿੱਤਰ ਸੱਤਾ ਦੀ ਜਿਹੜੀ ਸੋਚ ਹੈ, ਮਤਲਬ ਮਰਦਾਂ ਦੇ ਨਾਲ ਔਰਤਾਂ ਵੀ ਉਸੇ ਸੋਚ ਦੀਆਂ ਸ਼ਿਕਾਰ ਨੇ। ਤਾਂ ਮਤਲਬ ਇਸ ਸੋਚ ਨੂੰ ਬਦਲਣ ਵਾਸਤੇ ਮੁੰਡਿਆਂ ਤੇ ਕੁੜੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮਤਲਬ ਆਪਾਂ ਦੇਖੀਏ, ਜਦੋਂ ਕਿਸੇ ਔਰਤ ਤੇ ਜੁਰਮ ਹੁੰਦਾ, ਕੁਝ ਹੁੰਦਾ, ਤਾਂ ਔਰਤਾਂ ਵੀ ਉਹਨੂੰ ਆ ਕੇ ਉਹ ਜੁਰਮ ਕਰਦੀਆਂ ਨੇ, ਔਰਤਾਂ ਵੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਕਿਉਂਕਿ ਇਹ ਸਮਾਜ ਦੀ ਸੋਚ ਹੈ, ਸਿਰਫ ਮਰਦਾਂ ਦੀ, ਸਿਰਫ ਔਰਤਾਂ ਦੀ ਸੋਚ ਨਹੀਂ ਹੈਗੀ। ਤਾਂ ਮਤਲਬ ਅਸੀਂ ਤਾਂ ਇਹ ਕਹਿੰਦੇ ਵੀ ਜਿਵੇਂ ਹੁਣ ਅਸੀਂ ਯੂਨੀਵਰਸਿਟੀਆਂ 'ਚ ਪੜ੍ਹਨੇ ਆ, ਯੂਨੀਵਰਸਿਟੀ ਸਭ ਤੋਂ ਇੱਕ ਅਗਲਾ ਅਦਾਰਾ ਹੁੰਦਾ, ਉੱਨਤ ਅਦਾਰਾ ਹੁੰਦਾ, ਤੇ ਉੱਥੇ ਇਹੋ ਜਿਹਾ ਮਾਹੌਲ ਸਿਰਜਿਆ ਜਾਵੇ ਜਿੱਥੇ ਮੁੰਡੇ ਕੁੜੀਆਂ ਮਿਲ ਕੇ ਵਿਚਰਨ, ਮਿਲ ਕੇ ਇਹੋ ਜਿਹੇ ਸਮਾਜਿਕ ਮਸਲਿਆਂ ਦੇ ਬਾਰੇ ਗੱਲ ਕਰਨ, ਤੇ ਜਿਹੜੇ ਸਮਾਜ ਨੂੰ ਮਤਲਬ ਗੰਦੀਆਂ ਕੁਰੀਤੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਬਦਲਣ ਦੀ ਗੱਲ ਕਰਨ, ਤੇ ਚੰਗਾ ਸਮਾਜ ਬਣਾਉਣ ਦੀ ਗੱਲ ਕਰਨ, ਮਿਲ ਕੇ ਕਰਨ। ਜੀ,
ਸਿੰਧਾਵਾਲੀਆ ਸਮਾਜ ਨੂੰ ਮਿਲ ਕੇ ਕਰਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਦੇਖੋ ਪਾਰਲੀਮੈਂਟ 'ਚ ਆਪਾਂ ਗੱਲ ਕਰ ਰਹੇ ਹਾਂ ਮਹਿਲਾ ਰਾਖਵਾਂਕਰਨ ਬਿੱਲ ਦੀ। ਮਹਿਲਾ ਰਾਖਵਾਂਕਰਨ ਬਿੱਲ ਦੇ ਉੱਤੇ ਪ੍ਰਧਾਨ ਮੰਤਰੀ ਨੇ ਵੀ ਕਿਹਾ, ਸ਼ਾਇਦ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੇ ਵੀ ਕਿਹਾ, ਕੀ ਲੱਗਦਾ ਨਹੀਂ ਕਿ ਇਸ ਮਾਮਲੇ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਣੇ ਚਾਹੀਦੇ? ਸਰਬਸੰਮਤੀ ਨਾਲ ਪਾਰਲੀਮੈਂਟ ਦੇ ਅੰਦਰ ਇਹ ਜੇ ਬਿੱਲ ਪਾਸ ਹੁੰਦਾ ਹੈ ਤੇ ਇਹਦਾ ਇੱਕ ਵੱਖਰੀ ਕਿਸਮ ਦਾ ਸੁਨੇਹਾ ਜਾਏਗਾ। ਉਮੀਦ ਕਰਦੇ ਹਾਂ ਕਿ ਇਸ ਮੁੱਦੇ ਤੇ ਬਾਕੀ ਧਿਰਾਂ ਵੀ ਸਹਿਮਤੀ ਜਤਾਉਣਗੀਆਂ। ਕਿਵੇਂ ਦੇਖਦੇ ਹੋ ਕਿ ਸਰਬਸੰਮਤੀ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੋਏਗੀ ਜੇ ਸਾਰਿਆਂ ਦੀ ਸਹਿਮਤੀ ਨਾਲ ਬਿੱਲ ਅੱਗੇ ਜਾਂਦਾ ਹੈ? ਦੇਖੋ ਜੀ, ਸਰਬਸੰਮਤੀ ਦਾ ਜੇ ਨਾਲ ਇਹ ਬਿੱਲ ਪਾਸ ਹੁੰਦਾ ਹੈ ਤੇ ਇਹ ਜਿਹੜੀ ਅਸੀਂ ਹੁਣੇ ਬੀਬੀਆਂ ਗੱਲਾਂ ਕਰ ਰਹੀਆਂ ਸਾਂ ਕਿ ਮੇਲ ਡੋਮੀਨੇਟਡ ਸੁਸਾਇਟੀ ਹੈ ਜੀ ਜੀ, ਤੇ ਉਹ ਅੱਧਾ ਵਾਸ਼ ਆਊਟ ਹੋ ਜਾਏਗਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਬੰਦੇ MP ਜ਼ਿਆਦਾ ਨੇ। ਔਰ ਪਰ ਮੈਨੂੰ ਇੰਜ ਲੱਗਦਾ ਹੈ ਕਿ 95% to 98% ਜ਼ਰੂਰ ਸਰਸਹਿਮਤੀ ਹੋਏਗੀ। ਔਰ ਕਾਫੀ ਪਾਰਟੀਆਂ, ਮੇਜਰ ਪਾਰਟੀਜ਼ ਨੇ ਕਿਹਾ ਕਿ ਉਹ ਇਹਨੂੰ ਸਪੋਰਟ ਕਰਨਗੀਆਂ। ਔਰ ਇਹ ਇੱਕ ਬਹੁਤ ਅੱਛਾ ਪ੍ਰੈਸੀਡੈਂਟ ਸੈੱਟ ਹੋਏਗਾ ਕਿ ਜੇ ਕੋਈ ਅੱਛਾ ਬਿੱਲ ਲੈ ਕੇ ਆਉਂਦੇ ਹੋ ਤੇ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਜਿਹਦੇ 'ਚ ਬਿਹਤਰੀ ਹੁੰਦੀ ਹੈ ਸਾਡੇ ਮੁਲਕ ਲਈ, ਸਾਡੀ ਸੁਸਾਇਟੀ ਲਈ, ਤੇ ਅਸੀਂ ਉਹ ਕੰਮ ਕਰੀਏ। ਸਿੰਧਾਵਾਲੀਆ ਜੀ, ਇੱਕ ਸਵਾਲ ਜਿਹੜਾ ਹੈਗਾ, ਸਰਬਸੰਮਤੀ ਵਾਲੀ ਗੱਲ ਤਾਂ ਹੈ ਹੀ ਹੈ, ਇਹਦੇ ਬਾਵਜੂਦ ਫਿਰ ਬਾਕੀ ਸਾਰੀਆਂ ਤਰ੍ਹਾਂ ਆਪਣੇ ਆਪਣੇ ਦਾਅਵੇ ਵੀ ਕਰਨਗੇ ਕਿ ਸਾਡੇ ਵੇਲੇ ਇਹਨੂੰ ਲਿਆਂਦਾ ਗਿਆ, ਉਸ ਨੂੰ ਅੱਗੇ ਵਧਾਇਆ ਗਿਆ ਜੀ। ਇਹ ਦਾਅਵੇਦਾਰੀਆਂ ਵੀ ਕਿਧਰੇ ਉਹ ਸਰਬਸੰਮਤੀ ਦੇ ਉੱਤੇ ਸਵਾਲੀਆ ਨਿਸ਼ਾਨ ਖੜਿਆ ਕਰਦੀਆਂ, ਕਿਉਂਕਿ ਭਾਜਪਾ ਕਹਿ ਰਹੀ ਹੈ ਕਿ ਅਸੀਂ ਇਸ ਗੱਲ ਦੇ ਚੈਂਪੀਅਨ ਹਾਂ, ਅਸੀਂ ਔਰਤਾਂ ਲਈ ਲੈ ਕੇ ਆ ਰਹੇ ਹਾਂ। ਕਾਂਗਰਸ ਕਹਿ ਰਹੀ ਹੈ ਕਿ ਸਾਡੇ ਸਮੇਂ ਲਿਆਂਦਾ ਗਿਆ, ਅਸੀਂ ਉਸੇ ਨੂੰ ਅੱਗੇ ਵਧਾਇਆ ਜਾ ਰਿਹਾ। ਕਿਧਰੇ ਇਹ ਜਿਹੜੀ ਦਾਅਵੇਦਾਰੀ ਹੈ, ਲੱਗਦਾ ਨਹੀਂ ਕਿ ਇਸ ਬਿੱਲ ਦੇ ਉੱਤੇ ਵੀ ਰਾਜਸੀ ਜਿਹੜੀ ਹੈਗੀ ਹੈ ਸ਼ਤਰੰਜ ਰਾਜਸੀ ਚਾਲਾਂ ਚੱਲੀਆਂ ਜਾ ਰਹੀਆਂ? ਦੇਖੋ ਜੀ, ਅਸੀਂ ਤੇ ਮੈਂ ਤੀਜੀ ਵਾਰੀ ਤੁਹਾਡੇ ਪ੍ਰੋਗਰਾਮ 'ਚ ਰਿਪੀਟ ਕਰ ਰਹੀ ਹਾਂ ਕਿ ਰਾਜੀਵ ਗਾਂਧੀ ਜਿਹੜੇ ਸਨ ਉਹ 89 'ਚ ਇਸ ਬਿੱਲ ਨੂੰ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ। ਔਰ ਇਹਦੇ ਉੱਤੇ ਅਸੀਂ ਸਾਰੇ ਜਾਣੇ ਸਹਿਮਤ ਹਾਂ। ਵੀ ਆਰ ਆਲ ਅਵੇਅਰ ਦੈਟ ਦ ਕਾਂਗਰਸ ਗॉट ਦਿਸ ਬਿੱਲ ਕਿ 33% ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਪਰ ਅਨਫੋਰਚੂਨੇਟਲੀ ਕੋਈ ਵੀ ਐਸੇ ਹਾਲਾਤ ਬਣੇ ਕਿ ਇਹ 27 ਸਾਲ ਬਿੱਲ ਵਿਚਾਰਾ ਜਿਹੜਾ ਸੀ ਉਹ ਕਿਸੇ ਕਚਹਿਰੀ 'ਚੋਂ ਪਾਸ ਨਾ ਲੋਕ ਸਭਾ 'ਚ ਹੋ ਸਕਿਆ ਨਾ ਰਾਜ ਸਭਾ 'ਚ ਹੋ ਸਕਿਆ। ਉਹਦੇ ਵਿੱਚ ਪੋਲੀਟੀਕਲ ਪਾਰਟੀਜ਼ ਦਾ ਨਾ ਇਨੀਸ਼ੀਏਟਿਵ ਲੈਣਾ, ਉਹਦੇ ਵਿੱਚ 10 ਸਾਲ ਸਰਦਾਰ ਮਨਮੋਹਨ ਸਿੰਘ ਸਨ ਪ੍ਰਾਈਮ ਮਿਨਿਸਟਰ, ਔਰ ਇੱਕ ਬੜੇ ਪੜ੍ਹੇ ਲਿਖੇ ਸੂਝ ਵਾਲੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੀ ਅਸੀਂ ਸਾਰੇ ਜਾਣੇ ਬੜੀ ਇੱਜ਼ਤ ਕਰਦੇ ਹਾਂ, ਤਾਰੀਫ ਕਰਦੇ ਹਾਂ, ਬੜੇ ਓਨੈਸਟ ਪ੍ਰਾਈਮ ਮਿਨਿਸਟਰ। ਔਰ ਕਾਂਗਰਸ ਪਾਰਟੀ ਦੀ ਪ੍ਰੈਜ਼ੀਡੈਂਟ ਇੱਕ ਔਰਤ ਸਨ ਜਿਨ੍ਹਾਂ ਦੇ ਖਾਮਦ ਨੇ ਇਹ ਬਿੱਲ ਲਿਆਂਦਾ ਸੀ। ਉਹਨਾਂ ਨੂੰ ਤਾਂ ਬਹੁਤ ਸਰ ਚੋੜ ਕੇ ਇਹ ਬਿੱਲ ਪਾਸ ਕਰਨਾ ਚਾਹੀਦਾ ਸੀ, ਪਰ ਉਹ 10 ਵਰਿਆਂ 'ਚ ਕੁਝ ਵੀ ਨਹੀਂ ਸੀ ਹੋਇਆ। ਫਿਰ ਵੀ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਹੀ ਸ਼ੁਰੂ ਕੀਤਾ, ਪਰ ਜਿੱਥੇ ਕ੍ਰੈਡਿਟ ਡਿਊ ਹੈ ਉੱਥੇ ਜ਼ਰੂਰ ਦੇਣਾ ਚਾਹੀਦਾ ਹੈ। ਬੀਜੇਪੀ ਨੇ ਜੇ ਹੁਣ ਉਹਨੂੰ ਸੰਪੂਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਉਹਨੂੰ ਵੀ ਕ੍ਰੈਡਿਟ ਮਿਲਣਾ ਚਾਹੀਦਾ। ਜੀ, ਟੀਨਾ ਚੌਧਰੀ ਤੋਂ ਆਪਾਂ ਇੱਕ ਸਵਾਲ ਪ੍ਰਸਮ ਆਉਣਾ ਤੁਹਾਡੇ ਵਾਲੀ। ਟੀਨਾ ਚੌਧਰੀ, ਇਸ ਮਾਮਲੇ ਤੇ ਭਾਜਪਾ ਦਾ ਕਹਿਣਾ ਕਿ ਸਾਡੇ ਸਮੇਂ ਜੋ ਕੀਤਾ ਜਾ ਰਿਹਾ ਹੈ ਉਹਦਾ ਕ੍ਰੈਡਿਟ ਦੇਣ ਦਾ ਹੱਕ ਬਣਦਾ। ਆਖਰ ਪਿਛਲੇ 10 ਸਾਲ ਜਾਂ ਲੰਬਾ ਸਮਾਂ ਜਿਹੜੇ ਬਿੱਲ ਪੈਂਡਿੰਗ ਪਿਆ ਰਿਹਾ, ਕੁਝ ਹੋ ਨਹੀਂ ਸਕਿਆ। ਕਿਧਰੇ ਨਾ ਕਿਧਰੇ ਫਿਰ ਜ਼ਿੰਮੇਵਾਰੀ ਪਿਛਲੀਆਂ ਸਰਕਾਰਾਂ ਦੀ ਵੀ ਤੈਅ ਹੁੰਦੀ ਹੈ ਇਸ ਨੂੰ ਪਿੱਛੇ ਧੱਕਣ ਲਈ। ਨਹੀਂ, ਦੇਖੋ ਸਾਡੀ ਪਾਰਟੀ ਦੇ ਵਿੱਚ ਆਲਰੇਡੀ ਇਸ ਚੀਜ਼ ਨੂੰ ਰਾਜ ਸਭਾ ਦੇ ਵਿੱਚ ਵੀ ਅਪਰੂਵ ਕਰਵਾਇਆ ਸੀਗਾ 2004 ਦੇ ਵਿੱਚ। ਆਈ ਥਿੰਕ ਇਫ ਆਮ ਨਾਟ ਰੋਂਗ, ਮੇਰੇ ਖਿਆਲ ਦੇ ਵਿੱਚ ਇਸੇ ਟਾਈਮ ਦੇ ਵਿੱਚ ਹੋਇਆ ਸੀਗਾ। ਔਰ ਉਸ ਤੋਂ ਬਾਅਦ ਜਦੋਂ UPA ਦੀ ਗਵਰਨਮੈਂਟ ਸੀਗੀ ਉਸ ਟਾਈਮ ਤੇ ਕਈ ਸਾਰੀਆਂ ਹੋਰ ਜਿਹੜੇ ਪ੍ਰੋਟੋਕੋਲ ਸੀਗੇ ਉਹ ਫੁੱਲਫਿਲ ਨਹੀਂ ਸੀ ਹੋ ਪਾ ਰਹੇ, ਈਦਰ ਇਨ ਰਾਜ ਸਭਾ ਔਰ ਲੋਕ ਸਭਾ ਐਸ ਵੈਲ। ਸੋ ਵੀ ਉਦੋਂ ਵੀ ਅਸੀਂ ਸਟੇਟਮੈਂਟਸ ਦਿੰਦੇ ਰਹੇ ਸੀਗੇ। ਵੀ ਵਾਂਟਡ ਟੂ ਇਨੀਸ਼ੀਏਟ, ਅਸੀਂ ਬਾਕੀ ਆਪੋਜੀਸ਼ਨ ਨੂੰ ਇਸ ਬਿੱਲ ਦੇ ਵਿੱਚ ਪਾਸ ਕਰਾਉਣ ਲਈ ਬਹੁਤ ਸਾਰੀਆਂ ਅਸੀਂ ਜਿਹੜੇ ਸੀਗੇ ਉਹਨਾਂ ਨੂੰ ਰਿਕੁਐਸਟ ਕੀਤੀਆਂ ਜਾਂ ਉਹਨਾਂ ਨੂੰ ਬਿੱਲ ਦੇ ਵਿੱਚ ਪਾਸ ਕਰਵਾਉਣ ਵਾਸਤੇ, ਉਹਨਾਂ ਦੀ ਸਹਿਮਤੀ ਜਤਾਉਣ ਵਾਸਤੇ ਵੀ ਥੋੜਾ ਬਹੁਤ ਉਹਨਾਂ ਨਾਲ ਲਗਾਤਾਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਹੇ। ਬਟ ਉਹ ਸਮਹਾਉ ਸਾਨੂੰ ਉਹ ਇੰਨਾ ਮੈਜੋਰਿਟੀ ਦੇ ਵਿੱਚ ਡਿਸੀਜਨ ਨਹੀਂ ਸੀ ਮਿਲ ਪਾਇਆ। ਬਟ ਯੈਸ, ਅਸੀਂ ਤਾਂ ਕਹਿ ਰਹੇ ਹਾਂ ਕਿ ਜੇ ਅਸੀਂ ਰਹਿ ਗਏ ਤੇ ਭਾਜਪਾ ਵਾਲਿਆਂ ਨੂੰ ਕਰਨਾ ਚਾਹੀਦਾ ਸੀਗਾ। 9 ਸਾਲ ਘੱਟ ਨਹੀਂ ਹੁੰਦੇ, 9.5 ਸਾਲ। 9.5 ਸਾਲ ਦੇ ਵਿੱਚ ਤੁਹਾਡਾ ਮੈਨੀਫੈਸਟੋ ਦਾ ਪਾਰਟ ਸੀਗਾ, ਉਹ ਹੋਣਾ ਚਾਹੀਦਾ ਸੀਗਾ, ਔਰ ਨਹੀਂ ਕੀਤਾ। ਤੁਸੀਂ ਇਹ ਐਕਸੈਪਟ ਕਰਨਾ, ਔਰ ਜੇ ਕੀਤਾ ਅੱਜ ਲਿਆਂਦਾ ਗਿਆ ਔਰ ਉਹ ਵੀ ਅੱਧਾ ਅਧੂਰਾ ਲਿਆਂਦਾ ਗਿਆ ਸਿਰਫ ਵੋਟਾਂ ਬਟੋਰਨ ਵਾਸਤੇ। ਮੈਨੂੰ ਤਾਂ ਇਹ ਲੱਗਦਾ। ਔਰ ਮੇਰੇ ਖਿਆਲ ਦੇ ਵਿੱਚ ਜੇ ਵਾਕਈ ਮੋਦੀ ਸਾਹਿਬ ਨੂੰ ਲੱਗਦਾ ਹੈ ਕਿ ਉਹ ਵੂਮਨ ਨੂੰ ਸਪੋਰਟ ਕਰਨਾ ਚਾਹੁੰਦੇ ਨੇ ਰਿਜ਼ਰਵੇਸ਼ਨ ਨੂੰ, ਕਾਈਂਡਲੀ ਜੋ ਆਲਰੇਡੀ ਰਾਜੀਵ ਗਾਂਧੀ ਜੀ ਨੇ ਜੋ ਬਿੱਲ ਪਾਸ ਕਰਵਾਇਆ ਸੀਗਾ ਉਹੀ ਸੇਮ ਅਮੈਂਡ ਇਸ ਲੋਕ ਸਭਾ ਦੇ ਵਿੱਚ ਵੀ ਕੀਤਾ ਜਾਏਗਾ। ਸੋ ਦੈਟ ਵੁੱਡ ਬੀ ਵੈਰੀ ਗੁੱਡ ਫॉर ਅਸ। ਜੀ, ਰਸਮਜੀਤ ਸਿੰਘ, ਤੁਸੀਂ ਕਿਵੇਂ ਦੇਖਦੇ ਹੋ ਸਵਾਲ ਦੇ ਉੱਤੇ? ਕਿਉਂਕਿ ਸਵਾਲ ਇਹ ਹੈ ਕਿ ਪਿਛਲਾ ਲੰਬਾ ਸਮਾਂ ਤਾਂ ਗਿਆ ਹੁਣ ਦੇ 10 ਸਾਲ ਵੀ ਮੌਜੂਦਾ ਜਿਹੜਾ ਸਿਸਟਮ ਆ ਉਹਦੇ ਵੀ ਨਿਕਲ ਗਏ। ਅਜੇ ਵੀ ਜੇ ਇਸ ਮਾਮਲੇ 'ਚ ਕੁਝ ਹੱਲ ਲੱਭਿਆ ਜਾ ਸਕਦਾ ਹੈ
ਤਾਂ ਕਿ ਲੰਮੀ ਇੰਤਜ਼ਾਰ ਬਾਅਦ 27 ਸਾਲ ਦੇ ਸਮੇਂ ਬਾਅਦ ਇਹ ਬਿੱਲ ਆਇਆ। ਘੱਟੋ ਘੱਟ ਇਸ ਸਮੇਂ ਨੂੰ ਕਿਵੇਂ ਘਟਾਇਆ ਜਾ ਸਕਦਾ, ਕੋਈ ਪੋਸੀਬਿਲਿਟੀ ਲੱਗਦੀ ਨਹੀਂ ਹੈ? ਘਟਾਇਆ ਜਾ ਸਕਦਾ। 5 ਸਾਲ ਅਜੇ ਹੋਰ ਲੱਗਣੇ ਆ। 29 'ਚ ਲਾਗੂ ਹੋਊਗਾ। ਉਦੋਂ ਕਿਹੜਾ ਰਾਜਾ ਕਿਹਦੀ ਪ੍ਰਜਾ, ਉਹ ਗੱਲਾਂ ਅਲੱਗ ਹੋਣਗੀਆਂ। ਅਗਲੀ ਗੱਲ ਇਹ ਹੈ ਕਿ ਜੇ ਸੱਚੀ ਮੁੱਚੀ ਇਹ ਸਰਕਾਰਾਂ ਸੰਜੀਦਾ ਹੈਗੀਆਂ ਕਿ ਔਰਤ ਦਾ ਸਨਮਾਨ ਜਿਹੜਾ ਸਮਾਜ ਦੇ ਵਿੱਚ ਉਹਦਾ ਰੁਤਬਾ ਉੱਪਰ ਹੋਣਾ ਚਾਹੀਦਾ, ਉਸ ਨੂੰ ਰਿਜ਼ਰਵੇਸ਼ਨ ਕਿਵੇਂ ਜਲਦੀ ਤੋਂ ਜਲਦੀ ਉਹਨੂੰ ਨਾ ਲੋੜ ਰਹੇ, ਔਰਤ ਖੁਦ ਕਹਿਣ ਲੱਗ ਜੇ ਮੈਂ ਕੋਈ ਅਪਾਹਜ ਨਹੀਂ ਹੈ ਕਿ ਮੈਨੂੰ ਰਿਜ਼ਰਵੇਸ਼ਨ ਚਾਹੀਦੀ ਹੈ, ਮੈਂ ਆਪਣੀ ਲੜਾਈ ਆਪ ਲੜ ਸਕਦੀ ਹਾਂ, ਉਹਨੂੰ ਉਸ ਪੱਧਰ ਤੇ ਕਿਵੇਂ ਪਹੁੰਚਾਇਆ ਜਾਏ ਉਹਦੇ ਤੇ ਸੋਚਣਾ ਚਾਹੀਦਾ। ਉਹਨੂੰ ਆਰਥਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਸਮਾਜਿਕ ਤੌਰ ਤੇ ਫੈਸਲੇ ਲੈਣ ਦੇ ਵਿੱਚ, ਹੋਰਨਾਂ ਗੱਲਾਂ ਦੇ ਭਾਗੀਦਾਰੀ ਦੇ ਵਿੱਚ ਉਹਨੂੰ ਕਿਵੇਂ ਮਜ਼ਬੂਤ ਕੀਤਾ ਜਾਏ, ਕਿਵੇਂ ਅੱਗੇ ਲਿਆਂਦਾ ਜਾਏ, ਉਹਦੇ ਲਈ ਉਹਨੂੰ ਪੜ੍ਹਾਇਆ ਜਾਏ, ਉਸ ਨੂੰ ਜਿਹੜਾ ਸਮਾਜਿਕ ਰੁਤਬਾ ਉਹਦਾ ਬਦਲੇ। ਤੁਸੀਂ ਬਾਕੀ ਯੂਰਪੀਅਨ ਕੰਟਰੀ ਦੇ ਵਿੱਚ ਤੇ ਇਹੋ ਜਿਹੀ ਕੋਈ ਤੁਹਾਨੂੰ ਰਿਜ਼ਰਵੇਸ਼ਨ ਦੀ ਲੋੜ ਨਹੀਂ ਕੋਈ। ਇਸ ਲਈ ਸਾਡੇ ਲਈ ਤੇ ਸ਼ਰਮਿੰਦਗੀ ਦੀ ਗੱਲ ਵੀ ਹੈ ਕਿ ਸਾਡੇ ਸਮਾਜ ਨੂੰ ਅਜੇ ਵੀ ਇੰਜ ਦੇਖਿਆ ਜਾ ਰਿਹਾ ਕਿ ਔਰਤ ਨੂੰ ਰਿਜ਼ਰਵੇਸ਼ਨ ਰਾਹੀਂ ਹੀ ਸਮਾਜ ਵਿੱਚ ਪਾਰਟਿਸਿਪੇਟ ਕਰਵਾਇਆ ਜਾ ਸਕਦਾ। ਮਨ ਕਾ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਆਖਰੀ ਸਵਾਲ, ਕਿਉਂਕਿ ਤੁਸੀਂ ਸਾਡੇ ਮਹਿਮਾਨਾਂ 'ਚੋਂ ਸਭ ਤੋਂ ਯੁਵਾ ਚਿਹਰੇ ਨੂੰ ਲੱਗਦਾ ਕਿ ਜਿੱਦਾਂ ਰਾਖਵੇਂਕਰਨ ਦੇ ਮਾਮਲੇ 'ਤੇ ਗੱਲ ਕੀਤੀ ਜਾ ਰਹੀ ਹੈ, ਕਿ ਇਹ ਰਿਜ਼ਰਵੇਸ਼ਨ ਜਿਹੜੀ ਨਵੀਂ ਪੀੜ੍ਹੀ ਸਮਝਦੀ ਟੁੱਟਣੀਆਂ ਚਾਹੀਦੀਆਂ, ਨਵੀਂ ਪੀੜ੍ਹੀ ਨੂੰ ਸਮਰੱਥ ਬਣਾਇਆ ਜਾਵੇ, ਜਿੱਦਾਂ ਪ੍ਰੈਸ ਸਾਹਿਬ ਵੀ ਕਹਿ ਰਿਹਾ, ਬਾਕੀ ਮਹਿਮਾਨਾਂ ਦੀ ਵੀ ਰਾਏ ਹੈ ਕਿ ਰਾਖਵੇਂਕਰਨ ਦੀ ਜ਼ਰੂਰਤ ਹੀ ਨਾ ਰਹੇ, ਇਸ ਕਦਰ ਸੁਸਾਇਟੀ ਬਣ ਸਕੇ। ਬਿਲਕੁਲ ਇਹੀ ਹੋਣਾ ਚਾਹੀਦਾ ਹੈ ਵੀ ਜਿਹੜੀ ਦੇਖੋ ਰਾਖਵੇਂਕਰਨ ਆ ਤਾਂ ਸਿਰਫ ਇੱਕ ਮਤਲਬ ਜਿਵੇਂ ਕਿਹਾ ਵੀ ਜਾ ਰਿਹਾ ਹੈ ਵੀ 2024 ਦੀ ਚੋਣਾਂ ਆਉਣ ਵਾਲੀਆਂ ਨੇ, ਸਿਰਫ ਇੱਕ ਜੁਮਲਾ ਲਿਆਇਆ ਗਿਆ ਹੈ। ਪਰ ਆਪਾਂ ਚਾਹੁੰਦੇ ਹਾਂ ਵੀ ਜਦੋਂ ਆਪਾਂ ਅਸਲ ਅਗਰ ਬਦਲਾਵ ਦੀ ਗੱਲ ਕਰਨੇ ਆ ਤਾਂ ਉਹ ਮਤਲਬ ਗਰਾਊਂਡ ਲੈਵਲ ਤੋਂ ਹੀ ਆ ਸਕਦਾ ਹੈ, ਅਤੇ ਉਹ ਤਾਂ ਹੀ ਆ ਸਕਦਾ ਜੇ ਆਪਾਂ ਮਤਲਬ ਜਿਵੇਂ ਹੁਣ ਦੇਖੋ ਕੁੜੀਆਂ ਨਾਲ ਤਾਂ ਯੂਨੀਵਰਸਿਟੀਆਂ ਤੋਂ ਲੈ ਕੇ ਜਦੋਂ ਕੰਮ ਕਰਨ ਜਾਂਦੀਆਂ ਹਰ ਕਿਤੇ ਛੇੜਛਾੜ ਹੁੰਦੀ ਹੈ, ਸਭ ਚੀਜ਼ਾਂ ਹੁੰਦੀਆਂ ਵੀ ਆਪਾਂ ਅੰਦਰੋਂ ਇਸ ਚੀਜ਼ ਨੂੰ ਖਤਮ ਕਰੀਏ। ਅਤੇ ਮਤਲਬ ਕੁੜੀਆਂ ਨੂੰ ਵੀ ਲੋੜ ਹੈ ਕਿ ਉਹ ਅੱਗੇ ਆ ਕੇ ਇਹਨਾਂ ਸਭ ਚੀਜ਼ਾਂ ਖਿਲਾਫ ਬੋਲਣ ਅਤੇ ਮਤਲਬ ਸਮਾਜ ਨੂੰ ਇੱਕ ਚੰਗਾ ਉਹ ਬਣਾਇਆ ਜਾਏ। ਸਿਰਫ ਪੋਲਿਸੀਆਂ ਦੇ ਮਤਲਬ ਲੱਛੇਦਾਰ ਸ਼ਬਦਾਂ ਵਿੱਚ ਆਪਾਂ ਨਾ ਉਲਝ ਕੇ ਰਹਿ ਜਾਈਏ, ਉਹਦੇ ਨਾਲ ਕੋਈ ਕਦੇ ਵੀ ਬਦਲਾਵ ਨਹੀਂ ਆਏਗਾ। ਬਹੁਤ ਬਹੁਤ ਮਿਹਰਬਾਨੀ। ਜਿਸ ਮੁੱਦੇ ਤੇ ਆਪਾਂ ਬਹਿਸ ਦਾ ਕੇਂਦਰ ਬਿੰਦੂ ਲਿਆ, ਮਹਿਲਾ ਰਾਖਵਾਂਕਰਨ ਬਿੱਲ, ਬਹੁਤ ਵੱਡਾ ਇਤਿਹਾਸਿਕ ਫੈਸਲਾ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਨਵੀਂ ਸੰਸਦ ਭਵਨ, ਨਵੀਂ ਪਾਰਲੀਮੈਂਟ ਜਿਹੜੀ ਬਿਲਡਿੰਗ ਆ ਉਹਦੇ 'ਚ ਫੈਸਲਾ ਲਿਆ ਜਾ ਰਿਹਾ। 22 ਤੱਕ ਜਿਹੜਾ ਸੰਸਦ ਚੱਲੇਗੀ, ਉਸ ਤੋਂ ਪਹਿਲਾਂ ਇਸ ਦੇ ਬਾਰੇ ਬਿੱਲ ਨੂੰ ਪ੍ਰਵਾਨਗੀ ਹੋ ਜਾਏਗੀ। ਮਹਿਮਾਨਾਂ ਦੀ ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਇਹ ਇਤਿਹਾਸਿਕ ਮੌਕਾ ਹੈ। ਇਸ ਮੌਕੇ ਨੂੰ ਭਵਿੱਖ 'ਚ ਕਿਵੇਂ ਦੇਖਿਆ ਜਾਏਗਾ, ਬਹੁਤ ਸਾਰੇ ਸਵਾਲ ਹੈ। ਇਹਨਾਂ ਸਵਾਲਾਂ ਦੇ ਜਵਾਬ ਵੀ ਆਉਣ ਵਾਲੇ ਸਮੇਂ 'ਚ ਸਮੇਂ ਦੀਆਂ ਸਰਕਾਰਾਂ ਵੱਲੋਂ ਲੱਭਣ ਦੀ ਲੋੜ ਰਹੇਗੀ। ਤੁਹਾਡੇ ਵੱਲੋਂ ਇਹਨਾਂ ਮੁੱਦਿਆਂ 'ਤੇ ਆਉਣ ਲਈ ਆਪਾਂ ਆਪਣੇ ਸਤਿਕਾਰਤ ਮਹਿਮਾਨਾਂ ਦੇ ਸਾਰਿਆਂ ਦੇ ਧੰਨਵਾਦੀ ਹਾਂ। ਇੰਜੀ ਆਪਾਂ ਤੁਹਾਡੇ ਵੱਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।